ਸਾਚਾ ਉਪਜੈ ਸਾਚ ਸਮਾਵੈ। ਰਾਮ ਕਲੀ ਮਹੱਲਾ ਪਹਿਲਾ। ਸਿੱਧ ਗੋਸ਼ਟ ਸਰਲੇਖ ਹੇਠ। ਸਿੱਧ ਗੋਸ਼ਟ ਨਾਮੇ ਗੁਰਬਾਣੀ ਦੀ ਕਥਾ ਵਿਚਾਰ 5ਵੀਂ ਪੌੜੀ ਤੋਂ ਅੱਜ ਪ੍ਰਾਰੰਭ ਹੋ ਰਹੀ ਹੈ, ਜਿਸ ਵਿੱਚ ਸਿੱਧਾਂ ਨੇ ਪ੍ਰਸ਼ਨ ਪੁੱਛਿਆ ਕਿ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਪੁਰਖ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ। ਤਾਂ ਪਾਤਸ਼ਾਹ ਉੱਤਰ ਬਖਸ਼ਦੇ ਨੇ, ਸਾਚੋ ਉਪਜੈ ਸਾਚ ਸਮਾਵੈ। ਬ੍ਰਹਮ ਗਿਆਨੀ ਮਹਾਂਪੁਰਖ ਦਾ ਐਸਾ ਨਿਸ਼ਚਾ ਹੁੰਦਾ ਹੈ ਕਿ ਸੱਚੇ ਬ੍ਰਹਮ ਤੋਂ ਹੀ ਸਾਰਾ ਜਗਤ ਪੈਦਾ ਹੋਇਆ ਹੈ ਅਤੇ ਅੰਤ ਨੂੰ ਸੱਚੇ ਵਿੱਚ ਹੀ ਸਮਾਉਂਦਾ ਅਸਥਿਤ ਹੁੰਦਾ ਹੈ। ਇਸੇ ਪ੍ਰਕਾਰ ਸਾਚਾ ਉਪਜੈ ਸਾਚ ਸਮਾਵੈ। ਆਪਣੇ ਆਪ ਨੂੰ ਸਾਖੀ ਰੂਪ ਆਤਮਾ ਮੰਨਣ ਵਾਲਾ ਬ੍ਰਹਮ-ਹਿਤਾ ਸੱਚੇ ਅਕਾਲ ਪੁਰਖ ਤੋਂ ਹੀ ਪੈਦਾ ਹੁੰਦਾ ਹੈ ਅਤੇ ਬ੍ਰਹਮ-ਹਿਤਾ ਹੋਰਨਾਂ ਸ੍ਰਿਸ਼ਟੀ ਦੇ ਅਧਿਕਾਰੀ ਜਗਿਆਸੂਆਂ ਨੂੰ ਵੇਖ ਵੇਖ ਕੇ ਸੱਚੇ ਵਿੱਚ ਹੀ ਸਮਾਈ ਜਾਂਦਾ ਹੈ। ਸਾਚੇ ਸੂਚੇ ਏਕ ਮਾਇਆ। ਕਿਉਂਕਿ ਬ੍ਰਹਮ-ਵੇਤਾ ਸੱਚੇ ਨਾਮ ਨੂੰ ਜਪ ਕੇ ਸੁੱਚਾ ਪਵਿੱਤਰ ਹੋਇਆ ਹੈ। ਇਸੇ ਕਰਕੇ ਉਹ ਪਰਮੇਸ਼ਰ ਨਾਲ ਮਿਲ ਕੇ ਇੱਕ ਸਰੂਪ ਹੀ ਹੋ ਗਿਆ ਹੈ। ਦੂਸਰਾ ਅਰਥ ਇਸੇ ਪ੍ਰਕਾਰ ਸਾਚਾ ਉਪਜੈ। ਸੰਸਾਰ ਪੈਦਾ ਕਿੱਥੋਂ ਹੋਇਆ? ਤਾਂ ਮਹਾਰਾਜ ਕਹਿੰਦੇ ਸੱਚੇ ਪਰਮੇਸ਼ਰ ਤੋਂ ਹੀ ਸੰਸਾਰ ਪੈਦਾ ਹੁੰਦਾ ਹੈ। ਫਿਰ ਅੰਤ ਨੂੰ ਸਮਾਵੇਗਾ ਕਿਹਦੇ ਵਿੱਚ? ਪਾਤਸ਼ਾਹ ਫਰਮਾਉਂਦੇ, ਸਾਚ ਸਮਾਵੈ। ਅੰਤ ਨੂੰ ਸੱਚੇ ਪਰਮੇਸ਼ਰ ਵਿੱਚ ਹੀ ਸਮਾ ਜਾਂਦਾ, ਲੈ ਹੋ ਜਾਂਦਾ ਹੈ। ਫਿਰ ਪ੍ਰਸ਼ਨ ਹੋਇਆ, ਇੱਕ ਬ੍ਰਹਮ ਦਾ ਸਰੂਪ ਕੌਣ ਹੋ ਸਕਦਾ? ਮਹਾਰਾਜ ਫਰਮਾਉਂਦੇ ਨੇ, ਸਾਚੇ ਸੂਚੇ ਏਕ ਮਾਇਆ। ਜੋ ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਸੁੱਚੇ ਪਵਿੱਤਰ ਹਿਰਦੇ ਵਾਲਾ ਹੋਇਆ, ਉਹ ਇੱਕ ਦਾ ਸਰੂਪ ਹੀ ਹੋ ਜਾਂਦਾ ਹੈ। ਇਸੇ ਤਰ੍ਹਾਂ ਹੁਣ ਤੀਜਾ ਅਰਥ ਫਰਮਾਉਂਦੇ, ਸਾਚਾ ਉਪਜੈ ਸਾਚ ਸਮਾਵੈ। ਸਾਚੇ ਸੂਚੇ ਏਕ ਮਾਇਆ। ਜਿਸ ਉੱਤੇ ਇੱਕ ਪਰਮੇਸ਼ਰ ਦੀ ਮਾਇਆ ਮਿਹਰਬਾਨੀ ਹੋਈ ਹੈ, ਉਹ ਇਉਂ ਨਿਸ਼ਚਾ ਕਰਦਾ ਹੈ ਕਿ ਸੱਚਾ ਨਾਮ ਜਪਣੇ ਕਰਕੇ ਹੀ ਦੈਵੀ ਸੰਪਦਾ ਪੈਦਾ ਹੁੰਦੀ ਹੈ। ਸੱਚਾ ਨਾਮ ਜਪਣੇ ਕਰਕੇ ਹੀ ਆਸੁਰੀ ਸੰਪਦਾ ਲੈ ਹੁੰਦੀ ਹੈ ਅਤੇ ਸੱਚਾ ਨਾਮ ਜਪਣੇ ਕਰਕੇ ਹੀ ਅੰਤःਕਰਨ ਸੁੱਚਾ ਪਵਿੱਤਰ ਹੁੰਦਾ ਹੈ। ਝੂਠੇ ਆਵਹਿ ਠਵਰ ਨਾ ਪਾਵਹਿ। ਝੂਠੇ ਪੁਰਖ ਪਦਾਰਥਾਂ ਗਰ ਬਿਰਤੀ ਹੋਣ ਕਰਕੇ ਪ੍ਰਪੰਚ ਦੇ ਵਿੱਚ ਜਨਮ ਧਾਰ ਕੇ ਆਉਂਦੇ ਹਨ। ਇਸ ਕਰਕੇ ਸਰੂਪ ਰੂਪੀ ਥਾਂ ਨਹੀਂ ਪਾਉਂਦੇ। ਦੂਜੈ ਆਵਾਗਾਉਣ ਭਇਆ। ਦੁਐਤ ਵਿੱਚ ਲੱਗਣੇ ਕਰਕੇ ਹੀ ਉਹਨਾਂ ਦਾ ਆਉਣਾ ਜਾਣਾ ਜੰਮਣ ਮਰਨ ਦਾ ਗੇੜ ਬਣਿਆ ਹੋਇਆ ਹੈ। ਭਾਵ ਸੰਸਾਰ ਵਿੱਚ ਪਿੰਦੀ ਉਬਕਲੇ ਸੰਸਾਰਾ ਹੜ੍ਹ ਦੀਆਂ ਟੰਡਾਂ ਵਾਂਗ ਆਉਣਾ ਜਾਣਾ ਬਣਿਆ ਰਹਿੰਦਾ ਹੈ। ਫਿਰ ਕੁਝ ਪ੍ਰੇਮੀ ਸਿੱਧਾਂ ਦੇ ਨਾਲ ਚਰਚਾ ਹੋਈ, ਜਿਹੜੇ ਪਿਆਰ ਵਾਲੇ ਸਨ, ਅਤੇ ਉਹ ਕਹਿਣ ਲੱਗੇ, ਹੇ ਤਪਾ ਜੀ, ਆਉਣਾ ਜਾਣਾ ਦੂਰ ਕਿਵੇਂ ਹੁੰਦਾ? ਤਾਂ ਗੁਰੂ ਸਾਹਿਬ ਫਰਮਾਨ ਕਰਦੇ ਹਨ, ਆਵਾਗਾਉਣ ਮਿਟੈ ਗੁਰ ਸ਼ਬਦੀ। ਗੁਰਾਂ ਦੁਆਰਾ ਸ਼ਬਦ ਦੀ ਕਮਾਈ ਕਰਨ ਵਾਲੀ ਦਾ ਹੀ ਆਉਣਾ ਜਾਣਾ ਜੰਮਣਾ ਮਰਨਾ ਮਿਟਦਾ ਹੈ। ਆਪੇ ਪਰਖੈ ਬਖਸ਼ ਲਿਆ। ਕਿਉਂਕਿ ਉਸ ਨੂੰ ਪਰਮੇਸ਼ਰ ਨੇ ਆਪ ਪਰਖ ਕੇ ਬਖਸ਼ ਲਿਆ ਹੈ। ਇਸੇ ਪ੍ਰਕਾਰ ਆਪੇ ਪਰਖੈ ਬਖਸ਼ ਲਿਆ। ਜਿਸ ਨੂੰ ਗੁਰੂ ਨੇ ਪਰਮੇਸ਼ਰ ਨੇ ਬਖਸ਼ ਲਿਆ, ਉਹ ਆਪਣੇ ਸਰੂਪ ਨੂੰ ਸਵੰਗ ਪ੍ਰਕਾਸ਼ ਰੂਪ ਕਰਕੇ
ਪਰਖ ਲੈਂਦਾ ਹੈ। ਏਕਾ ਬੇਦਨ ਦੂਜਾ ਵਿਆਪੀ। ਉਹਨਾਂ ਨੂੰ ਦਵੈਤ ਭਾਵ ਵਿੱਚ ਲੱਗਣੇ ਕਰਕੇ ਇੱਕ ਜੰਮਣ ਮਰਨ ਦੀ ਪੀੜਾ ਲੱਗੀ ਹੋਈ ਹੈ। ਭਾਵ ਜੰਮਣ ਮਰਨ ਦੇ ਵਿਛੋੜੇ ਵਿੱਚ ਪਿਆ ਰਹਿੰਦਾ ਹੈ। ਦਵੈਤ ਭਾਵ ਦੀ ਇੱਕੋ ਪੀੜਾ ਉਹਨੂੰ ਵਿਆਪ ਰਹੀ ਹੈ। ਭਾਵ ਅਨਾਤਮ ਜਗਤ ਨਾਲ ਮੋਹ ਦੀ ਪੀੜਾ ਵਿਆਪ ਰਹੀ ਹੈ। ਨਾਮ ਰਸਾਇਣ ਵਿਸਰਿਆ। ਰਸ ਆਇਣ, ਜਿਹਨੂੰ ਰਸਾਂ ਦੇ ਘਰ ਪਰਮੇਸ਼ਰ ਦਾ ਨਾਮ ਭੁੱਲਿਆ ਹੋਇਆ ਹੈ, ਉਸ ਨੂੰ ਦਵੈਤ ਭਾਵ ਦੇ ਵਿੱਚ ਲੱਗਣ ਕਰਕੇ ਜੰਮਣ ਮਰਨ ਦੀ ਪੀੜਾ ਲੱਗ ਰਹੀ ਹੈ। ਇਸ ਗੱਲ ਨੂੰ ਸਮਝਦਾ ਕੌਣ ਹੈ? ਤਾਂ ਪਾਤਸ਼ਾਹ ਫਰਮਾਉਂਦੇ ਨੇ, ਸੋ ਬੁਝੈ ਜਿਸ ਆਪ ਬੁਝਾਏ। ਉਹੀ ਇਸ ਗੱਲ ਨੂੰ ਸਮਝਦਾ ਹੈ ਜਿਸ ਨੂੰ ਆਪ ਪਰਮੇਸ਼ਰ ਗੁਰੂ ਰੂਪ ਧਾਰ ਕੇ ਸਮਝਾਉਂਦਾ ਹੈ। ਗੁਰ ਕਾ ਸ਼ਬਦ ਸੋ ਮੁਕਤ ਭਇਆ। ਅਤੇ ਜਿਸ ਨੇ ਗੁਰਾਂ ਦੇ ਉਪਦੇਸ਼ ਨੂੰ ਧਾਰਿਆ ਜਾਂ ਗੁਰਾਂ ਦੇ ਸ਼ਬਦ ਦੀ ਕਮਾਈ ਕੀਤੀ ਹੈ, ਉਹ ਪੁਰਖ ਮੁਕਤ ਰੂਪ ਹੋਇਆ ਹੈ। ਪਰਮੇਸ਼ਰ ਤਾਰਦਾ ਕਿਸ ਨੂੰ ਹੈ? ਤਾਂ ਮਹਾਰਾਜ ਫਰਮਾਉਂਦੇ ਨੇ, ਨਾਨਕ ਤਾਰੇ ਤਾਰਨ ਹਾਰਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਤਾਰਨੇ ਯੋਗ ਪਰਮੇਸ਼ਰ ਉਸ ਨੂੰ ਤਾਰਦਾ ਹੈ। ਉਹ ਜਹਾਜ਼ ਦੀ ਤਰ੍ਹਾਂ ਬਣ ਕੇ ਉਸ ਨੂੰ ਵੀ ਤਾਰਦਾ ਹੈ। ਹਉਮੈ ਦੂਜਾ ਪਰ ਹਰਿਆ। ਜਿਸ ਨੇ ਦੇਹ ਦੀ ਹਉਮੈ ਤੇ ਦਵੈਤ ਭਾਵ ਵਾਲੇ ਸੁਭਾਅ ਨੂੰ ਗੁਰ ਕਿਰਪਾ ਦੁਆਰਾ ਤਿਆਗ ਦਿੱਤਾ ਹੈ। ਫਿਰ ਸਿੱਧ ਕਹਿਣ ਲੱਗੇ ਕਿ ਮਨਮੁਖਾਂ ਦੀ ਬਾਬਤ ਸੁਣਾਓ, ਜਾਂ ਮਨਮੁਖਾਂ ਨੂੰ ਜਮਾਂ ਦੀ ਕਾਣ ਕਿਉਂ ਹੁੰਦੀ ਹੈ, ਇਹ ਦੱਸੋ। ਤਾਂ ਗੁਰੂ ਸਾਹਿਬ ਜੀ ਉੱਤਰ ਬਖਸ਼ਦੇ ਹਨ, ਮਨ ਮੁਖ ਭੂਲੈ ਜਮ ਕੀ ਕਾਣ। ਇਹ ਸਿੱਧੋ ਮਨਮੁਖ ਵਾਹਿਗੁਰੂ ਦੇ ਸਰੂਪ ਵੱਲੋਂ ਭੁੱਲੇ ਹੁੰਦੇ ਹਨ। ਇਸ ਕਰਕੇ ਮਨਮੁਖਾਂ ਨੂੰ ਜਮਾਂ ਦੀ ਕਾਣ ਕਨੋੜ ਪਈ ਹੋਈ ਹੈ। ਪਰ ਘਰ ਜੋ ਹੈ ਹਾਣੇ ਹਾਣ। ਮਨਮੁਖ ਪਰਾਈ ਘਰਾਂ ਦੇ ਵਿੱਚ ਪਰਾਈਆਂ ਔਰਤਾਂ ਜਾਂ ਪਰਾਏ ਘਰ ਭਾਵ ਦੇਵੀ ਦੇਵਤਿਆਂ ਦੀ ਉਪਾਸਨਾ ਵੱਲ ਹੀ ਤੱਕਦੇ ਰਹਿੰਦੇ ਨੇ। ਪਸ਼ੂ ਦੀ ਖੁਰਲੀ ਵਿੱਚ ਜਿੰਨਾ ਮਰਜ਼ੀ ਉਹ ਫੀਡ ਖਾਣਾ ਦਾਣਾ ਪੱਠੇ ਦੱਥੇ ਪਏ ਹੋਣ, ਪਰ ਉਹਦਾ ਡੰਗਰ ਦਾ ਸੁਭਾਅ ਹੈ ਕਿ ਉਹਨੇ ਬਗਾਨੀ ਖੁਰਲੀ ਵੱਲ ਦੇਖਣਾ ਹੀ ਦੇਖਣਾ, ਉਹਦੇ 'ਚ ਮੂੰਹ ਪਾਉਣਾ ਹੀ ਪਾਉਣਾ ਹੈ। ਇਉਂ ਪਰਮਾਤਮਾ ਨੇ ਜਿੰਨੀ ਮਰਜ਼ੀ ਕਿਰਪਾ ਕਰਕੇ ਜਿੰਨਾ ਮਰਜ਼ੀ ਸੋਹਣਾ ਘਰ ਦਿੱਤਾ ਹੋਵੇ, ਆਪ ਦਾ ਘਰ ਛੱਡ ਕੇ ਤੇ ਦੂਸਰੇ ਦਾ ਘਰ ਵਿਗਾੜਨਾ, ਇਹ ਮਨਮੁਖਾਂ ਦੀਆਂ ਬਾਤਾਂ ਨੇ। ਇਸੇ ਕਰਕੇ ਹਾਨੀ ਹੀ ਹਾਨੀ ਉਹਨਾਂ ਨੂੰ ਹੁੰਦੀ ਹੈ, ਘਾਟਾ ਹੀ ਘਾਟਾ ਪੈਂਦਾ ਹੈ। ਜਾਂ ਜੋ ਹਾਨੀ ਕਰਨ ਵਾਲੇ ਕਾਮਾਦਿਕ ਵਿਕਾਰ ਹਨਗੇ, ਉਹ ਆਪਣੇ ਵਿੱਚ ਲਾ ਕੇ ਉਹਨਾਂ ਮਨਮੁਖਾਂ ਦੀ ਹੀ ਹਾਨੀ ਕਰਦੇ ਰਹਿੰਦੇ ਨੇ। ਜਾਂ ਜੋ ਹਾਨੀ ਕਰਨ ਵਾਲਾ ਕਾਲ ਹੈ, ਉਹਨਾਂ ਨੂੰ ਜੂਨਾਂ 'ਚ ਪਾ ਕੇ ਨਾਸ਼ ਹੀ ਕਰੀ ਜਾਂਦਾ ਹੈ। ਮਨਮੁਖ ਭਰਮ ਭਵੈ ਬੇਬਾਣ। ਮਨਮੁਖ ਪੁਰਖ ਭਰਮ ਕਰਕੇ ਪ੍ਰਤੱਖ ਉਜਾੜਾਂ ਦੇ ਵਿੱਚ ਜਾਂ ਸੰਸਾਰ ਰੂਪ ਉਜਾੜ ਦੇ ਵਿੱਚ ਪਾਉਂਦੇ ਰਹਿੰਦੇ ਹਨ। ਇਸੇ ਪ੍ਰਕਾਰ ਮਨਮੁਖ ਭਰਮ ਭਵੈ ਬੇਬਾਣ। ਮਨਮੁਖ ਭਰਮ ਕਾਰਨ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਬਾਣੀ ਨੂੰ ਭੁੱਲ ਕੇ ਹਰ ਵਕਤ ਦਵੈਤ ਵਾਲੀ ਬਾਣੀ ਨੂੰ ਬੋਲਦੇ ਨੇ। ਭਾਵ ਕਦੇ ਕੋਈ ਕਲਾਮ ਪੜ੍ਹ ਲਈ, ਕਦੇ ਕੋਈ ਮੰਤਰ ਸਿੱਧ ਕਰ ਲਿਆ ਆਦਿਕ। ਇਸੇ ਕਰਕੇ ਜੂਨਾਂ ਵਿੱਚ ਪਾਉਂਦੇ ਫਿਰਦੇ ਹਨ। ਜਾਂ ਇਸੇ ਪ੍ਰਕਾਰ ਮਨਮੁਖ ਭਰਮ ਭਵੈ ਬੇਬਾਣ। ਬੇਦਵੈ
ਦਵੈਤ ਦੀ ਬਾਣ ਆਦਤ ਕਰਕੇ ਮਨਮੁਖ ਭਰਮ ਦੇ ਵਿੱਚ ਹੀ ਪਾਉਂਦੇ ਰਹਿੰਦੇ ਹਨ, ਜਾਂ ਮਨਮੁਖਾਂ ਨੂੰ ਦਵੈਤ ਦੀ ਆਦਤ ਪਈ ਹੋਣ ਕਰਕੇ ਉਹ ਹਰ ਵਕਤ ਜੁਦੈਗੀ ਫੁੱਟ ਪਾਉਣ ਵਾਲੀ ਬਾਣੀਆਂ ਹੀ ਬੋਲਦੇ ਰਹਿੰਦੇ। ਭਾਵ ਮਨਮੁਖਾਂ ਦੇ ਮੂੰਹੋਂ ਏਕਤਾ ਵਾਲੇ ਵਾਕ ਹੀ ਨਹੀਂ ਨਿਕਲਦੇ। ਵੇ ਮਾਰਗ ਮੂਸੈ ਮੰਤਰ ਮਸਾਣ, ਸ਼ਮਸ਼ਾਨ ਭੂਮੀ ਵਿੱਚ ਬੈਠ ਕੇ ਮੰਤਰ ਸਾਧਨ ਰੂਪ ਖੋਟੇ ਰਸਤੇ ਪੈਣ ਕਰਕੇ ਮਨਮੁਖ ਲੁੱਟੇ ਜਾਂਦੇ ਹਨ। ਇਸੇ ਪ੍ਰਕਾਰ ਵੇ ਮਾਰਗ ਮੂਸੈ ਮੰਤਰ ਮਸਾਣ, ਉਹ ਜਿਉਂਦੇ ਹੀ ਮਸਾਨ ਮੁਰਦਾ ਰੂਪ ਨੇ, ਕਿਉਂਕਿ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਉਹੀ ਜਿਉਂਦਿਆਂ ਦੀ ਗਿਣਤੀ 'ਚ ਹੈ ਜਿਹਦੇ ਵਿੱਚ ਮਨ ਵਿੱਚ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਦਾ ਨਾਮ ਵਸਿਆ ਹੋਇਆ। ਬਾਕੀ ਸਭ ਮਰੇ ਨੇ, ਕੋਈ ਜਿਉਂਦਾ ਨਹੀਂ ਹੈ। ਉਹ ਜਿਉਂਦੇ ਹੀ ਮਰੇ ਨੇ ਜੋ ਪਰਮੇਸ਼ਰ ਦੇ ਨਾਮ ਮੰਤਰ ਨੂੰ ਜਿਉਂਦਿਆਂ ਛੱਡੀ ਬੈਠੇ ਨੇ। ਕਿਆ ਸੋਹਣੀ ਰੱਬ ਨੇ ਜ਼ਬਾਨ ਦਿੱਤੀ ਹੈ। ਡੰਗਰਾਂ ਨੂੰ ਵੇਖੋ, ਬੋਲਣ ਦੀ ਜਾਚ ਹੀ ਨਹੀਂ ਹੈ। ਜ਼ਬਾਨ ਹੁੰਦਿਆਂ ਵੀ ਉਹ ਬੇਜ਼ਮਾਨੇ ਨੇ। ਇਉਂ ਜੇ ਮਹਾਰਾਜ ਇੰਜ ਕਰ ਦੇਵੇ ਤਾਂ ਆਪਾਂ ਫਿਰ ਕੀ ਵਾਹਿਗੁਰੂ ਦਾ ਵਿਗਾੜ ਸਕਦੇ ਹਾਂ। ਚਾਰ ਭਾਵ ਦੁਇ ਸਿੰਘ ਗੁੰਗ ਮੁਖ ਤਬ ਕੈਸੀ ਗੁਣ ਗਈ ਹੈ। ਚਾਰ ਲੱਤਾਂ ਵਾਲਾ ਡੰਗਰ ਬਣਾ ਦੇਵੇ, ਮੂੰਹ ਤੋਂ ਗੂੰਗਾ ਕਰ ਦੇਵੇ, ਤਾਂ ਫਿਰ ਇਨਸਾਨ ਕਿਵੇਂ ਵਾਹਿਗੁਰੂ ਦੇ ਗੁਣ ਗਾ ਸਕਦਾ? ਨਹੀਂ ਗਾ ਸਕਦਾ। ਜੇ ਵਾਹਿਗੁਰੂ ਨੇ ਰਸਨਾ ਦਿੱਤੀ ਹੈ, ਜ਼ੁਬਾਨ ਦਿੱਤੀ, ਜਿਨ ਜੀਹਵਾ ਦਿੱਤੀ, ਬੋਲੇ ਤਾਂ ਇਹਨੂੰ ਨਾਮ ਦੇ ਵਿੱਚ ਸਫਲ ਕਰਨਾ ਚਾਹੀਦਾ ਹੈ। ਪਰ ਜੋ ਨਾਮ ਮੰਤਰ ਨੂੰ ਛੱਡੀ ਬੈਠੇ ਨੇ ਉਹ ਮੁਰਦਿਆਂ ਦੇ ਤੋਲ ਨੇ। ਇਸੇ ਕਰਕੇ ਵੇ ਮਾਰਗ ਮੂਸੈ, ਦਵੈਤ ਵਾਲੇ ਕੁਸੰਗਤ ਰੂਪੀ ਮਾਰਗ 'ਚ ਪੈ ਕੇ ਉਹ ਲੁੱਟੇ ਜਾਂਦੇ, ਮਤਲਬ ਉਹਨਾਂ ਦੇ ਸਵਾਸ ਲੁੱਟੀਂਦੇ ਜਾ ਰਹੇ ਹਨ। ਸ਼ਬਦ ਨਾ ਚੀਨੈ ਲਵੈ ਕੁਬਾਣ, ਮਨਮੁਖ ਪੁਰਸ਼ ਗੁਰਾਂ ਦੇ ਉਪਦੇਸ਼ ਜਾਂ ਬ੍ਰਹਮ ਨੂੰ ਉੱਕਾ ਹੀ ਨਹੀਂ ਜਾਣਦੇ, ਸਗੋਂ ਖੋਟੀ ਬਾਣੀ ਨੂੰ ਹੀ ਉਚਾਰਦੇ ਬੋਲਦੇ ਰਹਿੰਦੇ ਹਨ। ਕੋਈ ਆਨੰਦ ਸਹਿਤ ਵੀ ਹੋ ਸਕਦਾ। ਮਹਾਰਾਜ ਕਹਿੰਦੇ ਹਾਂ ਭਾਈ ਨਾਨਕ ਸਾਜ ਰਤੇ ਸੁਖ ਜਾਣਾ। ਸਹਿ ਫਰਮਾਉਂਦੇ ਕਿ ਹੇ ਸਿੱਧੋ, ਜੋ ਸੱਚੇ ਨਾਮ ਦੇ ਵਿੱਚ ਮਨ ਬਾਣੀ ਸਰੀਰ ਕਰਕੇ ਰੰਗੇ ਨੇ ਉਹਨਾਂ ਨੂੰ ਹੀ ਆਨੰਦ ਦੇ ਸਹਿਤ ਜਾਣਨਾ ਕਰੋ। ਜਦ ਝਗੜਾਲੂ ਸਿੱਧਾਂ ਨੂੰ ਹੋਰ ਪ੍ਰਸ਼ਨ ਨਾ ਆਏ ਤਾਂ ਹੋਰ ਪ੍ਰਸ਼ਨ ਚੇਤੇ ਕਰਨ ਲਈ ਫਲ ਫੁੱਲ ਖਾਣ ਦੇ ਬਹਾਨੇ ਚਲੇ ਗਏ। ਤਦ ਮੰਗਲਨਾਥ, ਭਰਥਰੀਨਾਥ, ਗੋਪੀ ਚੰਦ ਆਦਿਕ ਪ੍ਰੇਮੀ ਸਿੱਧ ਗੁਰਾਂ ਦੇ ਕੋਲ ਆ ਬੈਠੇ ਅਤੇ ਕਹਿਣ ਲੱਗੇ, ਹੇ ਸਤਿਗੁਰੂ ਜੀ, ਸਾਨੂੰ ਗੁਰਮੁਖਾਂ ਦੀ ਲੱਛਣ ਦੱਸੋ ਕਿ ਗੁਰਮੁਖਾਂ ਦੀ ਲੱਛਣ ਕੀ ਹੁੰਦੇ ਹਨ। ਤਾਂ ਸਾਹਿਬ ਗੁਰਮੁਖਾਂ ਦੀ ਵਿਆਖਿਆ ਕਰਦੇ ਨੇ। ਗੁਰਮੁਖ ਸਾਚੇ ਕਾ ਭਾਉ ਪਾਵੈ। ਗੁਰਮੁਖ ਜਨ ਉਹ ਹੈ ਜੋ ਸੱਚੇ ਦਾ ਡਰ ਹਰ ਵਕਤ ਦਿਲ ਵਿੱਚ ਪਾਉਂਦੇ ਭਾਵ ਰੱਖਦੇ ਨੇ, ਜਾਂ ਜਿਹੜਾ ਸੱਚੇ ਦਾ ਭੈ ਹਿਰਦੇ ਵਿੱਚ ਪਾਉਂਦੇ। ਅਸਲ ਗੁਰਮੁਖ ਤਾਂ ਉਹੀ ਹਨ, ਜਾਂ ਉਹੀ ਗੁਰਦੁਆਰਾ ਸਨਮੁਖ ਸਿੱਖ ਹੋ ਸਕ ਜਾਂਦੇ ਨੇ। ਗੁਰਮੁਖ ਸਾਚੇ ਕਾ ਭਾਉ ਪਾਵੈ, ਗੁਰਮੁਖ ਬਾਣੀ ਆਗੜ ਕਢਾਵੈ। ਗੁਰਮੁਖਾਂ ਦੀ ਬਾਣੀ ਦੁਆਰਾ ਜਿਹੜੇ ਸੱਚੇ ਦਾ ਡਰ ਰੱਖਦੇ ਨੇ, ਉਹਨਾਂ ਦੀ ਬਾਣੀ ਦੁਆਰਾ ਜਾਂ ਉਹਨਾਂ ਦੇ ਬਚਨਾਂ ਉਪਦੇਸ਼ ਦੁਆਰਾ, ਉਹਨਾਂ ਦੇ ਸਿੱਖਿਆ ਦੁਆਰਾ ਹੋਰਨਾਂ ਜਗਿਆਸੂਆਂ ਦਾ ਵੀ ਨਾ ਘੜਿਆ ਜਾਣ ਵਾਲਾ ਮਨ ਘੜਿਆ ਜਾਂਦਾ ਹੈ। ਘੜੀਏ ਸ਼ਬਦ ਸੱਚੀ ਟਕਸਾਲ। ਟਕਸਾਲੀ ਮਹਾਂਪੁਰਖ ਸੰਪਰਦਾਈ ਜਿਨ੍ਹਾਂ 'ਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੋਈ ਹੈ, ਉਹ ਦੂਜਿਆਂ ਦਾ ਜੀਵਨ ਘੜ ਦਿੰਦੇ ਨੇ। ਕਥਾ ਦੁਆਰਾ, ਕੀਰਤਨ ਦੁਆਰਾ, ਸੇਵਾ ਦੁਆਰਾ
ਕੋਈ ਨਾ ਕੋਈ ਗੁਣ ਬਖਸ਼ ਕੇ ਜੀਵਨ ਉੱਚਾ ਸੁੱਚਾ ਬਣਾ ਦਿੰਦੇ ਨੇ। ਜਾਂ ਇਸੇ ਪ੍ਰਕਾਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਬਾਣੀ ਅਗੜ ਕਢਾਵੈ। ਗੁਰਮੁਖਾਂ ਦੀ ਜੋ ਬਾਣੀ ਹੈ ਉਹ ਨਾ ਘੜੇ ਜਾਣ ਵਾਲੇ ਕਾਮ ਆਦਿਕ ਵਿਕਾਰਾਂ ਨੂੰ ਘੜ ਦਿੰਦੀ ਹੈ, ਮੇਟ ਦਿੰਦੀ ਹੈ। ਮਤਲਬ ਕਾਮ ਦਾ ਫੁਰਨਾ ਗੁਰਮੁਖਾਂ ਦੀ ਸੰਗਤ ਵਿੱਚ ਨਹੀਂ ਆਉਂਦਾ। ਜਿਸ ਤਰ੍ਹਾਂ ਮਰਿਆਂ ਤੋਂ ਬਾਅਦ ਸਵਰਗ ਤਾਂ ਬੜਾ ਥੱਲੇ ਹੈ, ਉੱਥੇ ਵੀ ਇਹ ਫੁਰਨੇ ਚੱਲਦੇ ਹਨ। ਜਿਸ ਤਰ੍ਹਾਂ ਕੋਈ ਸਮਝ ਲਓ ਭਗਤਾਂ ਦੀ ਪੁਰੀ 'ਚ ਪਹੁੰਚ ਗਿਆ, ਪ੍ਰਹਿਲਾਦ ਧਰੋਦ ਜਾਂ ਸੱਚਖੰਡ ਹੀ ਨਿਵਾਸ ਹੋ ਗਿਆ, ਇਸ ਤਰ੍ਹਾਂ ਸੰਤਾਂ ਦੀ ਸੰਗਤ 'ਚ ਸੰਸਾਰ ਨਾਲੋਂ ਉੱਪਰਲੀਆਂ ਫੀਲਿੰਗਸ ਹੁੰਦੀਆਂ ਨੇ ਵੀ ਆਪਾਂ ਸੰਸਾਰ ਤੋਂ ਉੱਪਰ ਉੱਠੇ ਹੋਏ ਹਾਂ। ਉਹਨਾਂ ਕੁ ਚਿਰ ਜਿੰਨਾ ਚਿਰ ਉਹਨਾਂ ਦੇ ਚਰਨਾਂ ਵਿੱਚ ਰਹੋ। ਜਦ ਉਹ ਨਿਗਾਹ ਤੋਂ ਪਾਸੇ ਹੋ ਜਾਂਦੇ, ਉਹਨਾਂ ਦੀ ਸੰਗਤ ਤੋਂ ਬਾਹਰ ਆ ਜਾਂਦੇ, ਤਾਂ ਫਿਰ ਕਲਯੁਗ ਦਾ ਸਮਾਂ ਹੋਣ ਕਰਕੇ, ਕਿਉਂਕਿ ਆਪ ਦੀ ਅਵਸਥਾ ਤਾਂ ਕੁਝ ਹੁੰਦੀ ਨਹੀਂ, ਤਾਂ ਫਿਰ ਮਨ ਦੁਨਿਆਵੀ ਪਾਸੇ ਵੱਲ ਲੱਗ ਜਾਂਦਾ। ਇਹ ਗੁਰਮੁਖਾਂ ਦੇ ਜੀਵਨ ਦੀ ਨਿਸ਼ਾਨੀ ਹੈ ਕਿ ਉਹ ਕਾਮਾਦਿਕ ਵਿਕਾਰਾਂ ਨੂੰ ਮੇਟ ਦਿੰਦੀ ਹੈ। ਸੋ ਜਿਹੜੇ ਕਿਸੇ ਦੇ ਵੱਸ ਵਿੱਚ ਨਹੀਂ ਆਉਂਦੇ, ਕਿਉਂਕਿ ਉਹਨਾਂ ਨੇ ਆਪ ਜੋ ਵੱਸ ਵਿੱਚ ਕੀਤੇ ਹੋਏ ਹਨ। ਇਸੇ ਪ੍ਰਕਾਰ ਗੁਰਮੁਖ ਬਾਣੀ ਅਗੜ ਕਢਾਵੈ। ਗੁਰਮੁਖ ਜਨ ਅਗੜ ਬਾਣੀ ਨੂੰ ਕੱਢਦੇ, ਭਾਵ ਮਿੱਠੀ ਬਾਣੀ ਅਤੇ ਮਰਜ਼ਾਦਾ ਵਾਲੀ ਬਾਣੀ ਬੋਲਦੇ ਨੇ। ਐਵੇਂ ਗਾਲੀ ਗਲੋਚ ਜਾਂ ਫਜ਼ੂਲ ਦਾ ਨਹੀਂ ਬੋਲਦੇ। ਬਾਣੀ ਜ਼ਬਾਨ ਅਤੇ ਅਗੜ ਅਮੋੜ ਮਨ ਨੂੰ ਉਹ ਗੁਰਮਤਿ ਵਿੱਚ ਕੱਢਦੇ ਹਨ। ਗੁਰਮੁਖ ਨਿਰਮਲ ਹਰ ਗੁਣ ਗਾਵੈ। ਗੁਰਮੁਖ ਜਨ ਹਰ ਵਕਤ ਉਜਲ ਹਰੀ ਪਰਮੇਸ਼ਰ ਦੇ ਗੁਣ ਗਾਉਂਦੇ ਹਨ। ਇਸੇ ਪ੍ਰਕਾਰ ਗੁਰਮੁਖ ਨਿਰਮਲ ਹਰ ਗੁਣ ਗਾਵੈ। ਗੁਰਮੁਖ ਜਨ ਉਜਲ ਚਿੱਤ ਵਾਲੇ ਹੁੰਦੇ ਨੇ ਅਤੇ ਹਰ ਵਕਤ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ। ਇਸੇ ਪ੍ਰਕਾਰ ਗੁਰਮੁਖ ਨਿਰਮਲ ਹਰ ਗੁਣ ਗਾਵੈ। ਹੋਰਨਾਂ ਦੇ ਨਿਰਮਲ ਚਿੱਤ ਕਰਕੇ ਮਲ ਵਿਖੇਵ ਦੀ ਮੈਲ ਗੁਰਮੁਖ ਅੰਦਰੋਂ ਕੱਢ ਦਿੰਦੇ ਹਨ। ਇਸੇ ਕਰਕੇ ਜਿਹੜੇ ਗੁਰਮੁਖ ਜਨ ਹਨ, ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਪਵਿੱਤਰ ਉਜਲ ਪਰਮ ਪਦ ਕੇਵਲ ਮੋਖ ਨੂੰ ਗੁਰਮੁਖ ਪਾਉਂਦੇ ਨੇ। ਇਸੇ ਪ੍ਰਕਾਰ ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਗੁਰਮੁਖ ਜਨ ਪਵਿੱਤਰ ਨਾਮ ਨੂੰ ਜਪ ਕੇ ਵੱਡੀ ਪਦਵੀ ਕੇਵਲ ਮੋਖ ਨੂੰ ਪਾਉਂਦੇ ਹਨ। ਇਸੇ ਪ੍ਰਕਾਰ ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਗੁਰਮੁਖ ਜਨ ਹਿਰਦੇ ਕਰਕੇ ਪਵਿੱਤਰ ਨੇ ਅਤੇ ਨਾਮ ਨੂੰ ਜਪ ਕੇ ਕੇਵਲ ਮੋਖ ਪਾਉਂਦੇ ਹਨ। ਇਸੇ ਪ੍ਰਕਾਰ ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਗੁਰਮੁਖ ਜਨ ਦੁਆਰਾ ਪਵਿੱਤਰ ਨਾਮ ਦਾ ਉਪਦੇਸ਼ ਸਰਵਣ ਕਰਦੇ ਨੇ ਅਤੇ ਉਹ ਕੇਵਲ ਮੋਖ ਨੂੰ ਪਾਉਂਦੇ ਨੇ। ਜਿਹੜੇ ਉਹਨਾਂ ਦੀ ਮੂੰਹ ਤੋਂ, ਉਹਨਾਂ ਦੇ ਮੁਖਾਰ ਬਿੰਦ ਤੋਂ ਸਿਕਸ਼ਾ ਲੈਂਦੇ ਹਨ। ਗੁਰਮੁਖ ਰੂਮ ਰੂਮ ਹਰਿ ਧਿਆਵੈ। ਗੁਰਮੁਖ ਜਨ ਉਹ ਹੈ ਜਿਹੜਾ ਵਾਲ ਹੁੰਦਾ, ਵਾਲ ਸਰੀਰ ਦੇ ਉੱਪਰ ਵਾਲ ਨੇ, ਉਹਨਾਂ ਦੇ ਜਿਹੜੇ ਮੁੱਢ ਹਨ ਉਹ ਸੁਰਾਖ ਹਨ। ਉਹਨਾਂ ਸੁਰਾਖਾਂ ਦੇ ਵਿੱਚ ਜਦ ਆਪਾਂ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਾਂ ਤਾਂ ਅੰਮ੍ਰਿਤ ਜਲ ਪ੍ਰਵੇਸ਼ ਹੁੰਦਾ ਹੈ, ਜਿਹਦੇ ਨਾਲ ਸਰੀਰ ਬਾਹਰੀ ਤੌਰ 'ਤੇ ਵੀ ਗਰਮੀ 'ਤੇ ਰਹਿਤ ਹੁੰਦਾ, ਸਵੱਛ ਤਰੋ ਤਾਜ਼ਾ ਹੁੰਦਾ। ਇਸੇ ਕਰਕੇ ਜਿਹੜੇ ਮਹਾਂਪੁਰਖ ਨੇ, ਬ੍ਰਹਮ ਗਿਆਨੀ ਮਹਾਂਪੁਰਖ 101 ਗਾਗਰਾਂ ਦੇ ਨਾਲ ਇਸ਼ਨਾਨ ਕਰਿਆ ਕਰਦੇ। ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ
100 ਤੇ 1 ਗਾਗਰ ਜਾਂ ਨਲਕਾ ਸਿੰਘ ਗੇੜੀ ਜਾਂਦਾ ਤੇ ਹੇਠਾਂ 1.5 ਘੰਟਾ ਹਾਥੀ ਮਾਂਜੀ ਜਾਂਦੇ, ਨਾਲ ਮੂਲ ਮੰਤਰ ਦਾ ਪਾਠ ਪੜ੍ਹੀ ਜਾਂਦੇ ਜਾਂ ਹੇਠਾਂ ਬੈਠ ਕੇ ਜਲ ਵਿੱਚ ਆਨੰਦ ਲਈ ਜਾਂਦੇ, 5 ਬਾਣੀਆਂ ਦਾ ਪਾਠ ਪੜ੍ਹਦੇ। ਸਾਡੇ ਸਿੰਘ ਟਕਸਾਲ ਦੇ ਉਹ ਤਾਂ ਹੇਮਕੁੰਡ ਦੇ ਸਰੋਵਰ ਵਿੱਚ ਵੀ ਇੱਕ 5 ਬਾਣੀਆਂ ਪੜ੍ਹ ਆਇਆ, ਇੱਕ 5 ਬਾਣੀਆਂ ਨਾਲ ਆਸਾ ਦੀ ਵਾਰ ਵੀ ਕਰ ਆਇਆ, ਇੰਨੇ ਠੰਡੇ ਜਲ ਵਿੱਚ ਵੀ। ਅਤੇ ਇਉਂ ਅੰਮ੍ਰਿਤ ਸਰੋਵਰ ਦੇ ਵਿੱਚ ਆਨੰਦ ਲੈਂਦੇ ਹਨ। ਜਿਸ ਤਰ੍ਹਾਂ ਮੱਛੀ ਅੰਮ੍ਰਿਤ ਦਾ ਆਨੰਦ ਪ੍ਰਾਪਤ ਕਰਦੀ ਹੈ, ਇਸ ਤਰ੍ਹਾਂ ਨਾਲੇ ਤਾਂ ਬਾਣੀ ਰੂਪੀ ਅੰਮ੍ਰਿਤ, ਨਾਲੇ ਸਰੋਵਰ ਦਾ ਅੰਮ੍ਰਿਤ। ਸੋ ਜਲ ਦੇ ਵਿੱਚ ਇੱਕ ਇਹੋ ਜਿਹਾ ਤੱਤ, ਇਹੋ ਜਿਹਾ ਗੁਣ ਹੈ ਜੋ ਕਿ ਸਰੀਰ ਨੂੰ ਸੁਸਤੀ ਨਹੀਂ ਪੈਣ ਦਿੰਦਾ। ਕਈ ਗੁਰਮੁਖ ਲਾਗੇ ਜਲ ਦਾ ਕਟੋਰਾ ਰੱਖ ਕੇ ਰੱਬ ਰੱਬ ਕਰਦੇ ਨੇ, ਕਈ ਪੌੜਾਂ ਦੇ ਉੱਪਰ ਸਰੋਵਰ ਦੇ ਕਿਨਾਰੇ 'ਤੇ ਮਹਾਂਪੁਰਖ ਸੰਤ ਮਹਾਤਮਾ ਨਦੀਆਂ ਦੇ ਕਿਨਾਰੇ 'ਤੇ, ਸਰੋਵਰਾਂ ਦੇ ਕਿਨਾਰੇ 'ਤੇ, ਦਰਿਆਵਾਂ ਦੇ ਕਿਨਾਰੇ 'ਤੇ ਆਪਣਾ ਵੱਧ ਤੋਂ ਵੱਧ ਸਮਾਂ ਗੁਜ਼ਾਰਦੇ। ਖਾਸ ਕਰਕੇ ਕਲਗੀਧਰ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟੋਟਲੀ ਅਸਥਾਨ ਜਿੰਨੇ ਕੁ ਮੇਰੇ ਧਿਆਨ ਵਿੱਚ ਨੇ, ਉਹ ਨਦੀਆਂ ਅਤੇ ਦਰਿਆਵਾਂ ਦੇ ਕਿਨਾਰਿਆਂ 'ਤੇ ਨੇ। ਜੇ ਕਲਗੀਧਰ ਜੀ ਨੇ ਅਵਤਾਰ ਧਾਰਿਆ ਤਾਂ ਗੰਗਾ ਦੇ ਕਿਨਾਰੇ 'ਤੇ। ਸੁਰਤ ਸੰਭਲਦੀਆਂ ਸਾਰੀ ਕੋਈ ਦਿਨ ਹੋਊਗਾ ਜਿਸ ਦਿਨ ਗੰਗਾ ਨਹਾਉਣ ਨਾ ਜਾਂਦੇ ਹੋਣ, ਨਾਲੇ ਤਾਂ ਗੰਗਾ 'ਤੇ ਇਸ਼ਨਾਨ ਕਰਦੇ ਅਤੇ ਨਾਲੇ ਬੇੜੀ ਵਿੱਚ ਬੈਠ ਕੇ ਸੈਰ ਕਰਦੇ। ਉਹ ਘਾਟ ਗੁਰਦੁਆਰਾ ਘਾਟ ਸਾਹਿਬ ਬਿਲਕੁਲ ਨਜ਼ਦੀਕ ਹੀ ਹੈ, ਪਰ ਗੰਗਾ ਹੁਣ ਬੜੀ ਦੂਰ ਚਲੀ ਗਈ। ਜੇ 5 ਸਾਲਾਂ ਤੋਂ ਬਾਅਦ ਬਾਕੀ ਦੀ ਉਮਰ ਗੁਜ਼ਾਰੀ ਤਾਂ ਉਹ ਸ੍ਰੀ ਅਨੰਦਪੁਰ ਸਾਹਿਬ ਸਤਲੁਜ ਦੇ ਕਿਨਾਰੇ 'ਤੇ। ਅਤੇ ਜੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਵੇਖੋ ਮੁਕਤਸਰ ਸਾਹਿਬ ਦਾ ਜੰਗ ਲੜਿਆ, ਉੱਥੇ 40 ਮੁਕਤੀਆਂ ਦੇ ਨਾਮ 'ਤੇ ਸਰੋਵਰ ਕਾਇਮ ਕਰ ਦਿੱਤਾ। ਇੱਕ ਤਾਂ ਜਲ ਦੀ ਘਾਟ ਪੂਰੀ ਹੋਵੇ, ਇੱਕ ਮੁਕਤੀ ਦਾ ਸਰੋਵਰ ਹੀ ਲਾ ਦਿੱਤਾ। ਅਤੇ ਜੇ ਹਜ਼ੂਰ ਸਾਹਿਬ ਜਾ ਕੇ ਆਸਣ ਲਾਇਆ ਤਾਂ ਵੀ ਗੋਦਾਵਰੀ ਦੇ ਕਿਨਾਰੇ 'ਤੇ। ਪਹਿਲੇ ਜਨਮ ਤੋਂ ਹੀ ਸੁਭਾਅ ਸੀਗਾ। ਸਤਿਯੁਗ ਦਾ ਤਪੋ ਅਸਥਾਨ ਪ੍ਰਗਟ ਕੀਤਾ ਸੱਚਖੰਡ ਹਜ਼ੂਰ ਸਾਹਿਬ। ਸਤਿਯੁਗ ਦਾ ਵੀ ਉੱਥੇ ਆਸਣ ਸੀਗਾ ਗੋਦਾਵਰੀ ਦੇ ਕਿਨਾਰੇ 'ਤੇ। ਜੇ ਗੁਰੂ ਜੀ ਮਹਾਰਾਜ ਨੇ ਸ੍ਰੀ ਦਸਮ ਗ੍ਰੰਥ ਦੀ ਬਾਣੀ ਉਚਾਰੀ ਤਾਂ ਪੌਂਡਾ ਸਾਹਿਬ ਜਮਨਾ ਦੇ ਕਿਨਾਰੇ 'ਤੇ। ਜਮਨਾ ਕਹਿੰਦੇ ਬੜਾ ਰੌਲਾ ਪਾਉਂਦੀ ਹੁੰਦੀ, ਗੁਰੂ ਜੀ ਨੇ ਆਖਿਆ ਸ਼ਾਂਤ, ਰੌਲਾ ਨਹੀਂ ਪਾਉਣਾ, ਸ਼ਾਂਤੀ ਦੇ ਨਾਲ ਇੱਧਰ ਦੀ ਲੰਘਣਾ ਹੈ। ਉਹ ਪਿੱਛੋਂ ਦਾ ਬੜੀ ਉੱਚੀ ਉੱਚੀ ਹੜ੍ਹਦੀ ਆਉਂਦੀ ਹੈ, ਪਰ ਪੌਂਡਾ ਸਾਹਿਬ ਦੇ ਨਜ਼ਦੀਕ ਬਿਲਕੁਲ ਸ਼ਾਂਤ ਹੋ ਕੇ ਲੰਘਦੀ ਹੈ। ਕਾਫੀ ਦਸਮ ਗ੍ਰੰਥ ਦੀ ਬਾਣੀ ਮਨ ਨੇ ਪੌਂਡਾ ਸਾਹਿਬ ਜਮਨਾ ਦੇ ਕਿਨਾਰੇ 'ਤੇ ਉਚਾਰੀ। ਅਤੇ ਦਸਮ ਗ੍ਰੰਥ ਸੰਪੂਰਨ ਕਿੱਥੇ ਕੀਤਾ? ਚੌਪਈ ਸਾਹਿਬ ਦੀ ਬਾਣੀ ਕਿੱਥੇ ਉਚਾਰੀ? ਸਤਲੁਜ ਦੇ ਕਿਨਾਰੇ ਗੁਰਦੁਆਰਾ ਬਿਪੌਰ ਸਾਹਿਬ। ਪਤਾ ਨਹੀਂ ਕਿਉਂ ਸੰਤਾਂ ਸਾਧੂਆਂ ਨੂੰ ਜਲ ਦਾ ਕਿਨਾਰਾ ਕਿਉਂ ਪਸੰਦ ਹੁੰਦਾ? ਸ਼ਾਇਦ ਇਸੇ ਕਰਕੇ ਕਿ ਜਲ ਵਿੱਚ ਇੱਕ ਬਹੁਤ ਵੱਡਾ ਤੱਤ ਹੈ। ਤੋ ਇਸ ਲਈ ਜਿਹੜੇ ਸਾਡੇ ਸਰੀਰ ਦੇ ਰੋਮ ਨੇ ਇਹ ਸੁਰਾਖ ਹਨ। ਜੇ ਜਲ ਦੇ ਵਿੱਚ ਖੁੱਲ੍ਹਾ ਇਸ਼ਨਾਨ ਕੀਤਾ ਜਾਏ ਤਾਂ ਕੁਦਰਤੀ ਡਾਕਟਰਾਂ ਮੁਤਾਬਕ ਬਿਮਾਰੀਆਂ ਖਤਮ ਹੁੰਦੀਆਂ। ਸਤਿਗੁਰੂ ਜੀ ਨੇ ਵੀ ਲਿਖ ਕੇ ਗਰੰਟੀ ਦਿੱਤੀ ਹੈ ਕਿ ਤੁਹਾਨੂੰ ਕਦੀ ਬੁਖਾਰ ਨਹੀਂ ਚੜ੍ਹੂਗਾ, ਕਦੀ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗੂਗੀ। ਸਿਰਫ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਠੰਡੇ ਜਲ ਨਾਲ ਇਸ਼ਨਾਨ ਕਰਨਾ ਹੈ। ਜੇ ਸਰੀਰ ਨਾ ਮੰਨੇ ਥੋੜ੍ਹਾ ਜਿਹਾ ਸਰੀਰ ਮੁਤਾਬਕ ਉਹਨੂੰ ਗਰਮ ਕਰ ਲਿਆ ਜਾਏ। ਅਤੇ ਪਰ ਜਿਹੜਾ ਨਾਰਮਲ ਜਲ ਹੈ ਉਹਦਾ ਇਸ਼ਨਾਨ ਜਿਹੜਾ ਸਭ ਤੋਂ ਉੱਤਮ ਮੰਨਿਆ ਗਿਆ ਹੈ। ਮਹਾਰਾਜ ਨੇ ਫਰਮਾਨ ਕੀਤਾ ਕਰ ਇਸ਼ਨਾਨ
ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਬੰਦਾ ਹੋਰ ਕੁਛ ਵੀ ਨਾ ਕਰੇ, ਨਹੀਂ ਸੇਵਾ ਹੁੰਦੀ ਤਾਂ ਕੋਈ ਗੱਲ ਨਹੀਂ, ਹੋ ਜਾਣੇ। ਅਤੇ ਜੇ ਬਾਣੀ ਵੀ ਨਹੀਂ ਪੜ੍ਹੀ ਜਾਂਦੀ ਜਾਂ ਰੱਬ ਰਮ ਨਹੀਂ ਕੀਤਾ ਜਾਂਦਾ, ਉਹ ਜਣੇ ਨਾ ਸਹੀ, ਨਹਾਓ ਤਾਂ ਸਹੀ। ਮੈਂ ਵੇਖਿਆ ਵੀ ਨਹਾਉਣ ਤੋਂ ਬਾਅਦ ਸੁਤੇ ਸੇ ਦੀ ਕੁਛ ਨਾ ਕੁਛ ਕਰਨ ਨੂੰ ਜੀ ਕਰਦਾ। ਬੰਦਾ ਨਹਾਤਾ ਹੋਏ ਸਹੀ, ਸੋਚੀਦਾ ਵੀ ਚਲੋ ਹੋਰ ਨਹੀਂ ਕੁਝ, ਗੁਰਦੁਆਰੇ ਮੱਥਾ ਟੇਕ ਆਓ, ਕਿਉਂਕਿ ਹੁਣ ਨਹਾ ਤਾਂ ਲਿਆ ਹੀ ਹੈ, ਹੋਰ ਕੁਛ ਨਹੀਂ। ਬੰਦਾ ਚੱਲ ਕੇ ਗੁਰਦੁਆਰੇ ਤਾਂ ਆਊਗਾ ਹੀ। ਬਦੋ ਬਦੀ ਕੰਨਾਂ 'ਚ ਕੋਈ ਚੰਗੀ ਆਵਾਜ਼ ਪਏਗੀ। ਇਸ ਲਈ ਇਸ਼ਨਾਨ ਸਭ ਤੋਂ ਲਾਜ਼ਮੀ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਕੋਟ ਬਿਘਨ ਲਾਥੇ ਪ੍ਰਭ ਸਰਨ ਪ੍ਰਗਟੇ ਭਏ ਸੰਜੋਗਾ। ਬਿਨਾਂ ਨਹਾਉਣ ਤੋਂ, ਬਿਨਾਂ ਦਸਤਾਰ ਬੰਨ੍ਹਣ ਤੋਂ ਕੋਈ ਕੰਮ 'ਤੇ ਜਾਓ, ਕੰਮ ਹੀ ਨਹੀਂ ਪੂਰਾ ਹੋਊਗਾ, ਕੋਈ ਕੰਮ ਸੌਰੇਗਾ ਹੀ ਨਹੀਂ। ਜੇ ਨਹਾ ਧੋ ਕੇ ਸੋਹਣੇ ਬੜੇ ਸਰਦਾਰ ਬਣ ਕੇ, ਕੇਸ ਵਾ ਕੇ, ਪੱਗ ਪੁੱਗ ਬਣ ਕੇ, ਟਾਈ ਟੂਈ ਲਾ ਕੇ, ਬੂਟ ਸੂਟ ਪਾ ਕੇ ਬੰਦਾ ਤਿਆਰ ਪਰ ਤਿਆਰ ਹੋ ਕੇ ਜਾਊ, ਵੇਖਣ ਵਾਲਾ ਉਵੇਂ ਹੀ ਵੀ ਬੰਦਾ ਤਾਂ ਚੰਗਾ ਜਾਪਦਾ, ਅਤੇ ਇਉਂ ਵਿਗੜਾ ਕੰਮ ਹੀ ਸੁਧਰ ਜਾਊਗਾ। ਇਉਂ ਕਲਗੀਧਰ ਮਹਾਰਾਜ ਨੂੰ ਇੱਕ ਵਾਰ ਸ਼ਿਕਾਰ ਨਹੀਂ ਸੀ ਮਿਲਿਆ, ਅਤੇ ਸਤਿਗੁਰੂ ਜੀ ਨੇ ਸਾਰਿਆਂ ਨੂੰ ਇਕੱਠੇ ਕੀਤਾ ਵੀ ਅੱਜ ਤੱਕ ਇੰਝ ਕਿਸੇ ਹੋਇਆ ਨਹੀਂ। ਜਿਉਂ ਸਵੇਰ ਤੋਂ ਖਪ ਰਹੇ ਹਾਂ, ਸਿਖਰ ਦੁਪਹਿਰ ਆ ਗਈ, ਇੱਧਰ ਇਕੱਠੇ ਹੋ ਆਓ, ਇੱਧਰ ਆਪਦੀਆਂ ਦਸਤਾਰਾਂ ਲਾਓ। ਦੱਸੋ ਵੀ ਕਿੰਨੇ ਕੰਘਾ ਨਹੀਂ ਕੀਤਾ? ਤੁਹਾਡੇ 'ਚੋਂ ਕਿਸੇ ਨੇ ਕੰਘਾ ਨਹੀਂ ਕੀਤਾ। ਸਾਰੇ ਕਹਿੰਦੇ ਜੀ ਆਪਾਂ ਤਾਂ ਕੰਘਾ ਕੀਤਾ ਹੈ ਜੀ। ਇੱਕ ਉਹ ਢਿੱਲੜ ਜਿਹਾ ਬੰਦਾ ਮੇਰੇ ਵਰਗਾ, ਉਹ ਵਿੱਚੋਂ ਬੋਲ ਪਿਆ, ਕਹਿੰਦਾ ਜੀ ਮੈਂ ਕੰਘਾ ਨਹੀਂ ਕੀਤਾ, ਕਿਉਂਕਿ ਮੈਂ ਸੋਚਿਆ ਕਿ ਤੁਸੀਂ ਛੇਤੀ ਤਿਆਰ ਹੋ ਗਏ, ਅਤੇ ਜੇ ਮੈਂ ਕੰਘਾ ਕਰਨ ਲੱਗ ਪਿਆ, ਦਸਤਾਰ ਸਜਾਉਣ ਲੱਗ ਪਿਆ, ਮੈਂ ਲੇਟ ਹੋ ਜਾਵਾਂਗਾ। ਇਸ ਤਰ੍ਹਾਂ ਬਿਨਾਂ ਹੀ ਕੰਘੇ ਤੋਂ ਤੁਹਾਡੇ ਨਾਲ ਤੁਰ ਆਇਆ ਹਾਂ। ਮਾਰੇ ਕਹਿੰਦੇ ਚੱਲ ਆ ਦਸਤਾਰ, ਹੁਣੇ ਕੰਘਾ ਕਰ। ਕੰਘਾ ਕਰਾਇਆ ਉਹਦਾ, ਫਿਰ ਸ਼ਿਕਾਰ ਖੇਡਿਆ, ਫਿਰ ਸ਼ਿਕਾਰ ਹੱਥ ਆਇਆ। ਇਉਂ ਜਿਹੜੇ ਗੁਰਮੁਖ ਨੇ ਉਹ ਸਭ ਤੋਂ ਪਹਿਲਾਂ ਜ਼ਰੂਰੀ ਕੰਮ ਇਸ਼ਨਾਨ ਦਾ ਅਤੇ ਕੇਸਾਂ 'ਚ ਕੰਘਾ ਕਰਨ ਦਾ ਕਰਦੇ ਨੇ। ਜੇ ਕੰਘਾ ਕਰਕੇ ਦਸਤਾਰ ਹੀ ਨਾ ਸਜਾਈ ਹੋਵੇ, ਉਵੇਂ ਹੀ ਬੰਦਾ ਸੁਸਤ ਮੁਸਤ ਜਿਹਾ ਤੁਰਿਆ ਫਿਰੂਗਾ। ਇਸ ਲਈ ਸਾਬਤ ਸੂਰਤ ਸਿੱਧਾ ਦਾੜਾ, ਕਾਠ ਕਾ ਕੰਘਾ ਕੇਸੀ ਚਾੜਾ। ਕੰਘਾ ਦੋਨੋਂ ਵਕਤ ਕਰ, ਪਾਗ ਚੁਨੇ ਕਰ ਬੰਦੇ। ਦਾਤਨ ਨੀਤ ਕਰੇ ਨਾ ਦੁੱਖ ਪਾਵੇ। ਲਾਲ ਜੀ ਸਾਹਿਬ ਦਾ ਹੁਕਮ ਹੈ। ਸੋ ਗੱਲ ਚੱਲੀ ਸੀ ਰੋਮ ਰੋਮ ਤੋਂ। ਜਿਹੜਾ ਬੰਦਾ ਇਸ਼ਨਾਨ ਹੀ ਨਹੀਂ ਕਰਦਾ, ਉਹ ਧਿਆਵੇਗਾ ਕੀ? ਪਹਿਲਾਂ ਰੋਮਾਂ ਨੂੰ ਸਵੱਛ ਕਰਨਾ ਤਾਂ ਜ਼ਰੂਰੀ ਹੈ। ਜੇ ਵਿੱਚ ਮੈਲ ਹੀ ਫਸੀ ਰਹੀ, ਮੁੜਕਾ ਹੀ ਫਸਿਆ ਰਿਹਾ, ਉਹ 'ਚੋਂ ਵਾਹਿਗੁਰੂ ਕੀ ਨਿਕਲੂਗਾ? ਦੱਸੋ ਭਾਈ, ਪਹਿਲੀ ਗੱਲ। ਤੋ ਇਸ ਵਾਸਤੇ ਬਾਕੀ ਤਾਂ ਬਚਨ ਬਾਤ ਦੇ ਨੇ। ਮਹਾਰਾਜ ਸੰਤਾਂ ਦੀ ਅਵਸਥਾ ਦੱਸਦੇ ਨੇ। ਚੌਥੇ ਪਹਿਰ ਸਬਾਹ ਕੈ, ਸੁਬਾਹ ਚੌਥੇ ਪਹਿਰ ਉੱਠ ਕੇ ਸਵੇਰੇ ਸਵੇਰ ਸੁਰਤਿਆਂ ਉਪਜੈ ਚਾਓ। ਉੱਚੀ ਸੁਰਤ ਵਾਲੇ ਜਿਹੜੇ ਸੰਤ ਨੇ, ਉਹਨਾਂ ਦੇ ਮਨ ਦੇ ਵਿੱਚ ਚਾਓ ਪੈਦਾ ਹੁੰਦਾ। ਸਾਨੂੰ ਤਾਂ ਬੁਖਾਰ ਚੜ੍ਹ ਜਾਂਦਾ ਜੇ ਕੋਈ ਠਾਵੇ ਤਾਂ, ਸੋਚੀਦਾ ਵੀ ਕਦਰੋਂ ਆ ਗਿਆ, ਇਹਨੂੰ ਦੱਸ ਕਿਹਨੇ ਦਿੱਤਾ ਵੀ ਅਸੀਂ ਇੱਥੇ ਸੁੱਤੇ ਪਏ ਹਾਂ। ਜਿਹੜਾ ਸੁੱਤੇ ਨੂੰ ਠਾਵੇ, ਬੜਾ ਆਪਾਂ ਨਾਰਾਜ਼ ਹੁੰਦੇ ਹਾਂ, ਗੁੱਸੇ ਹੁੰਦੇ ਆ। ਪਰ ਰੱਬ ਦੇ ਪਿਆਰੇ, ਉਹਨਾਂ ਦੇ ਮਨ ਵਿੱਚ ਚਾਓ ਹੁੰਦਾ ਹੈ ਉੱਠਣ ਦਾ ਕਿ ਅੰਮ੍ਰਿਤ ਵੇਲਾ ਹੋਇਆ, ਆਪਾਂ ਨੇ ਨਾਮ ਜਪਣਾ। ਚੌਥੇ ਪਹਿਰ ਸਬਾਹ ਕੈ, ਸੁਰਤਿਆਂ ਉਪਜੈ ਚਾਓ। ਤਿਨਾਂ ਦਰਿਆਵਾਂ ਸਿਉ ਦੋਸਤੀ, ਮਨ ਮੁਖ ਸੱਚਾ ਨਾਉ। ਅੰਮ੍ਰਿਤ ਵੇਲੇ ਉਹਨਾਂ ਦੀ ਸਾਂਝ ਉਹਨਾਂ ਗੁਰਮੁਖਾਂ ਨਾਲ ਬਣਦੀ ਹੈ ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਰਿਹਾ, ਅਤੇ ਉਹਨਾਂ ਦੇ ਮਨ ਵਿੱਚ ਅਤੇ ਮੂੰਹ ਵਿੱਚ ਸੱਚਾ ਨਾਮ ਵਸਦਾ ਹੈ। ਜਾਂ ਦਰਿਆਵਾਂ ਦੇ ਨਾਲ ਉਹਨਾਂ ਦੀ ਯਾਰੀ ਹੁੰਦੀ ਹੈ। ਮਤਲਬ ਉੱਠਦਿਆਂ ਸਾਰ ਹੀ ਉਹ ਜਲ ਲੱਭਦੇ ਹਨ ਕਿ ਜਲ ਕਿੱਥੇ ਹੈ। ਅੱਜ ਕੱਲ੍ਹ ਤਾਂ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਹੈ, ਸੁੱਚ ਨੱਪੋ ਅਤੇ ਝੱਟ ਹੀ ਜਲ ਪ੍ਰਾਪਤ ਹੋ ਜਾਂਦਾ, ਅਤੇ ਕਮਰੇ ਦੇ ਵਿੱਚੋਂ ਹੀ
ਆਪਾਂ ਇਸ਼ਨਾਨ ਪਾਣ ਕਰਕੇ ਤਿਆਰ ਪਰ ਤਿਆਰ ਹੋ ਕੇ ਬਾਹਰ ਆ ਸਕਦੇ ਹਾਂ। ਰਹੋ ਵਿਚਾਰ। ਮੈਂ ਬੇਨਤੀ ਕਰ ਰਿਹਾ ਸੀ ਕਿ ਜਿਹੜੇ ਗੁਰਮੁਖ ਨੇ ਉਹ ਸਭ ਤੋਂ ਪਹਿਲਾਂ ਆਪਦੇ ਮੁਖ ਨੂੰ ਸਵਾਰਦੇ ਨੇ, ਜਿੰਨੇ ਮੁਖ ਦੁਆਰਾ ਵਾਹਿਗੁਰੂ ਨਾਮ ਜਪਣਾ, ਆ ਰੋਮਾਂ ਨੂੰ ਸਵੱਛ ਕਰਦੇ ਨੇ ਜਲ ਦੇ ਦੁਆਰਾ। ਫਿਰ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਗੁਰਮੁਖ ਰੋਮ ਰੋਮ ਹਰ ਧਿਆਵੈ। ਗੁਰਮੁਖ ਜਨ ਰੋਮ ਰੋਮ ਕਰਕੇ, ਵਾਲ ਵਾਲ ਕਰਕੇ, ਜਿੰਨੇ ਰੋਮ ਓਨੀਆਂ ਜ਼ਬਾਨਾਂ ਬਣ ਜਾਂਦੀਆਂ ਪਰਮੇਸ਼ਰ ਨੂੰ ਧਿਆਉਂਦੇ ਹਨ। ਜਾਂ ਰੋਮ ਰੋਮ ਦੇ ਵਿੱਚ ਜੋ ਹਰੀ ਹੈ, ਗੁਰਮੁਖ ਜਨ ਉਸ ਨੂੰ ਧਿਆਉਂਦੇ ਨੇ। ਜਾਂ ਜਿਸ ਦਾ ਰੋਮ ਰੋਮ ਹਰੀ ਨੂੰ ਧਿਆਉਂਦਾ ਉਹੀ ਗੁਰਮੁਖ ਜਨ ਹੈ। ਇੱਕ ਦੋ ਜੀ ਬਹੁ ਲਖ ਹੋਏ, ਲਖ ਹੋਵੇ ਲਖ ਵੀਸ। ਲਖ ਲਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਇਹ ਤਰਾਹੀ ਪਤ ਪਵੜੀਆਂ, ਚੜੀਐ ਹੋਏ 21। ਹੇ ਵਾਹਿਗੁਰੂ ਜੀ, ਮੇਰੀ ਇੱਕ ਜ਼ਬਾਨ ਤੋਂ ਦੋ ਜ਼ਬਾਨਾਂ ਬਣ ਜਾਣ, ਦੋ ਜ਼ਬਾਨਾਂ ਤੋਂ ਲੱਖ ਬਣ ਜਾਣ, ਲੱਖ ਤੋਂ 20 ਲੱਖ ਬਣ ਜਾਣ। ਉਹਨਾਂ 20 ਲੱਖ ਜ਼ਬਾਨਾਂ ਦੇ ਦੁਆਰਾ ਇੱਕ ਇੱਕ ਜ਼ਬਾਨ ਦੇ ਨਾਲ ਮੈਂ ਲੱਖ ਲੱਖ ਵਾਰ ਵਾਹਿਗੁਰੂ ਆਖਾਂ, ਕਿਉਂਕਿ ਸਾਹਿਬ ਦਾ ਹੁਕਮ ਹੈ, ਉੱਚ ਰਹੋ ਰਾਮ ਨਾਮ ਲੱਖ ਵਾਰੀ। ਹੇ ਗੁਰਮੁਖੋ, 1 ਲੱਖ ਵਾਰ ਵਾਹਿਗੁਰੂ ਨਾਮ ਦਾ ਉਚਾਰਨ ਕਰੋ। ਤੇ ਇਸ ਤਰ੍ਹਾਂ ਪੌੜੀਆਂ ਚੜ੍ਹਦਿਆਂ ਹੋਇਆਂ ਮੇਰੀ ਅਵਸਥਾ ਬਣ ਜਾਏ। ਇੰਝ ਗੁਰੂ ਸਾਹਿਬ ਨੇ ਵਾਹਿਗੁਰੂ ਨਾਮ ਨਾਲ ਆਪ ਦਾ ਪ੍ਰੇਮ ਜਣਾਇਆ ਹੈ। ਸੋ ਜਿਸ ਦੀ ਰਸਨਾ ਚੱਲ ਪੈਂਦੀ ਹੈ, ਉਹਦੇ ਕੰਠ ਦੇ ਵਿੱਚ ਮਹਾਰਾਜ ਦੇ ਨਾਮ ਦਾ ਵਾਸਾ ਹੋ ਜਾਂਦਾ। ਜਿਵੇਂ ਬਾਬਾ ਮੋਹਨ ਜੀ ਗੁਰੂ ਅਮਰਦਾਸ ਜੀ ਦੇ ਵੱਡੇ ਸਾਹਿਬਜ਼ਾਦਾ, ਉਹਨਾਂ ਦਾ ਜਾਪ ਕੰਠ ਵਿੱਚ ਚੱਲਦਾ ਸੀਗਾ। ਜਦ ਕੰਠ ਵਿੱਚ ਨਾਮ ਵਸ ਜਾਏ, ਫਿਰ ਹਿਰਦੇ ਦੇ ਵਿੱਚ ਜਿੱਥੇ ਦਿਲ ਦੀ ਧੜਕਣ ਚੱਲਦੀ ਹੈ ਉੱਥੇ ਨਾਮ ਦਾ ਵਾਸਾ ਹੁੰਦਾ। ਔਰ ਜ਼ਬਾਨ ਦੇ ਨਾਲੋਂ ਕੰਠ ਵਿੱਚ 10 ਗੁਣਾ ਵੱਧ ਚੱਲਦਾ, ਕੰਠ ਨਾਲੋਂ ਹਿਰਦੇ ਵਿੱਚ 10 ਗੁਣਾ ਵੱਧ ਚੱਲਦਾ। ਫਿਰ ਜਿਸ ਦੇ ਹਿਰਦੇ 'ਚ ਵਸ ਜਾਏ, ਮਹਾਰਾਜ ਨੇ ਆਖਿਆ, ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਗੁਰ ਪੂਰੇ ਸੱਚ ਕਹੀਆ। ਸੇ ਪੂਰੇ ਗੁਰੂ ਮਹਾਰਾਜ ਨੇ ਉਪਦੇਸ਼ ਬਖਸ਼ਿਆ ਕਿ ਮੁਖੋਂ ਹਰ ਹਰ ਸਭ ਕੋ ਕਰੈ, ਵਿਰਲੇ ਹਿਰਦੈ ਵਸਾਇਆ। ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤ ਤਿਨ ਪਾਇਆ। ਕਿ ਵਿਰਲੇ ਗੁਰਮੁਖ ਨੇ ਹਿਰਦੇ ਵਿੱਚ ਵਸਾਇਆ। ਨਿਰਾ ਮੁਖ ਦੇ ਨਾਲ ਕਹਿਣਾ ਤੇ ਮਨ ਵਿੱਚ ਸ਼ਰਧਾ ਪਿਆਰ ਨਾ ਹੋਣਾ, ਇਹ ਤਾਂ ਜਿਹੜਾ ਜਾਪ ਹੈ ਇੱਕ ਫਾਰਮੈਲਿਟੀ ਬਣ ਜਾਂਦਾ। ਕਲਗੀਧਰ ਜੀ ਨੇ ਫਰਮਾਇਆ, ਜਾਪ ਕੇ ਕੀਏ ਤੇ ਜੋ ਪੈ ਪਾਈਏ ਤਾਂ ਅਜਾਪ ਦੇਵ। ਨਿਰਾ ਮੂੰਹ ਨਾਲ ਜਾਪ ਕਰਨ ਤੋਂ ਜੇ ਅਜਾਪ ਦੇਵ ਦੀ ਪ੍ਰਾਪਤੀ ਹੁੰਦੀ ਤਾਂ ਪੂਦਨਾ ਸਦੀਵ ਤੂੰ ਹੀ ਉਚਰਤ ਹੈ। ਕੋਇਲ ਦੀ ਆਕਾਰ ਦਾ ਇੱਕ ਜਾਨਵਰ ਪੂਦਨਾ ਨਾਮੇ, ਉਹ ਤਾਂ ਹਮੇਸ਼ਾ ਹੀ ਤੂੰ ਹੀ ਉਚਾਰਦਾ ਰਹਿੰਦਾ। ਉਹਨੂੰ ਰੱਬ ਕਿਉਂ ਨਹੀਂ ਮਿਲਦਾ? ਕਿਉਂਕਿ ਜਿਹੜੀ ਕੋਇਲ ਹੈ ਉਹ ਅੰਬ ਵੱਲ ਵੇਖ ਕੇ ਬੋਲਦੀ ਹੈ, ਕਰਦੀ ਤੂੰ ਹੀ ਹੈ, ਪਰ ਧਿਆਨ ਉਹਦਾ ਅੰਬ 'ਚ ਹੁੰਦਾ। ਇਉਂ ਗੱਲ ਤਾਂ ਧਿਆਨ ਦੀ ਹੈ। ਜੇ ਧਿਆਨ ਮਾਇਆ ਤੇਲੇ ਪਦਾਰਥਾਂ 'ਚ ਖਿੰਡਿਆ ਹੋਇਆ ਅਤੇ ਨਿਰਾ ਜ਼ੁਬਾਨ ਹਿਲਾਈ ਜਾ ਰਿਹਾ, ਉਹ ਸਮਾਂ ਤਾਂ ਸਫਲ ਹੈ, ਹਾਜ਼ਰੀ ਤਾਂ ਲੱਗ ਜਾਂਦੀ, ਅਤੇ ਪਰ ਅਵਸਥਾ ਨਹੀਂ ਬਣਦੀ, ਪ੍ਰਾਪਤੀ ਨਹੀਂ ਹੁੰਦੀ ਹੈ, ਉੱਥੇ ਜਿਹੀ ਰਹਿੰਦਾ ਹੈ। ਇਸ ਲਈ ਸ਼ਰਧਾ ਭਾਵਨਾ ਪਿਆਰ ਹੋਣਾ ਲਾਜ਼ਮੀ ਹੈ। ਸਾਚ ਕਹੋ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੋ ਰਸਨਾ ਤੋਂ ਬਾਅਦ ਗਲੇ ਵਿੱਚ, ਗਲੇ ਤੋਂ ਬਾਅਦ ਹਿਰਦੇ ਵਿੱਚ ਸ਼ਰਧਾ ਸੰਯੁਕਤ ਹੋ ਕੇ ਅਜੱਪਾ ਜਾਪ ਨਾ ਵਿਸਰੈ, ਆਜੁਗਾਦ ਸਮਾਈ ਦਾ ਆਨੰਦ ਲੈਣਾ। ਫਿਰ ਹਿਰਦੇ ਤੋਂ ਬਾਅਦ ਜਿੱਥੇ ਧੁੰਨੀ ਹੈ, ਨਾਭੀ ਹੈ, ਉੱਥੇ ਸਵਾਸਾਂ ਦੀ ਗੰਢ ਹੈ, ਉੱਥੋਂ ਸਵਾਸ ਉਪਜਦੇ ਹਨ।
ਜਦੋਂ ਜੋਗੀ ਜਨ ਸਮਾਧੀ ਲਾਉਂਦੇ ਨੇ, ਕਈ ਵਾਰ ਆਤਮਾ ਕੱਢ ਕੇ ਦੂਜੇ 'ਚ ਪਾ ਦਿੰਦੇ ਨੇ। ਉਹ ਸਰੀਰ ਉਹਨਾਂ ਚਿਰ ਤੱਕ ਮੁਰਦਾ ਰਹਿੰਦਾ, ਪਰ ਫਿਰ ਵੀ ਸਰੀਰ ਜਿਉਂਦਾ ਕਿਵੇਂ ਰਹਿੰਦਾ ਹੈ। ਜਾਂ ਜਦੋਂ ਆਪਾਂ ਸਵਾਸ ਬਾਹਰ ਕੱਢਦੇ ਹਾਂ ਤਾਂ ਸਵਾ ਗਿੱਠ ਸਵਾਸ ਬਾਹਰ ਨੂੰ ਜਾਂਦਾ, ਉਹਨਾਂ ਚਿਰ ਸਵਾਸਾਂ ਤੋਂ ਬਗੈਰ ਦੇਹ ਰਹਿੰਦੀ ਹੈ, ਉਹ ਮੁਰਦੇ ਦੇ ਤੁੱਲ ਹੈ, ਮੁਰਦਾ ਹੁੰਦੀ। ਪਰ ਜਿਉਂਦੀ ਕਿਵੇਂ ਰਹਿੰਦੀ? ਕਿਉਂਕਿ ਉਹ ਜਿਹੜੀ ਗੰਢ ਹੈ ਉਹ ਵੱਜੀ ਹੋਈ ਹੈ। ਭਾਵੇਂ ਸਵਾਸ ਬਾਹਰ ਹੈ ਪਰ ਉਹਦਾ ਕਨੈਕਸ਼ਨ, ਉਹਦਾ ਕੰਟੈਕਟ ਧੁਨੀ ਦੇ ਨਾਲ ਹੈ। ਆਤਮਾ ਭਾਵੇਂ ਦੂਜੇ ਸਰੀਰ 'ਚ ਹੈ ਪਰ ਉਹ ਪ੍ਰਕਾਸ਼ ਰੂਪ ਦੇ ਵਿੱਚ ਸਰੀਰ ਦੇ ਨਾਲ ਉਹਦਾ ਸੰਬੰਧ ਬਣਿਆ ਹੋਇਆ ਹੈ। ਜਿੰਨਾ ਚਿਰ ਉਹ ਗੰਢ ਨਹੀਂ ਖੁੱਲ੍ਹਦੀ ਉਹਨਾਂ ਚਿਰ ਇਨਸਾਨ ਦੀ ਮੌਤ ਨਹੀਂ ਹੁੰਦੀ। ਜਦ ਗੰਢ ਖੁੱਲ੍ਹ ਜਾਏ ਫਿਰ ਸਵਾਸ ਬਾਹਰ ਨਿਕਲੇ ਅੰਦਰ ਨਹੀਂ ਆਉਂਦੇ ਹਨ। ਜਿਵੇਂ ਮਰਦਾਨਾ ਭਾਈ ਸਾਹਿਬ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਪੁੱਛਿਆ ਵੀ ਤੈਨੂੰ ਕਿਵੇਂ ਪਤਾ ਲੱਗਾ ਕਿ ਮੈਂ ਚੜ੍ਹਾਈ ਕਰ ਜਾਣਾ? ਕਹਿੰਦਾ ਜੀ ਆਪ ਦੀ ਕਿਰਪਾ ਨਾਲ, ਤੁਹਾਡੀ ਸੰਗਤ ਜੋ ਕੀਤੀ ਹੈ। ਮਹਾਰਾਜ 7.5 ਸਾਹ ਹੋਣੇ ਨੇ ਮੈਨੂੰ, 7.5, ਕਿਉਂਕਿ ਨਾਭੀ ਦੀ ਗੰਢ ਖੁੱਲ੍ਹ ਚੁੱਕੀ ਹੈ, ਤੁਸੀਂ ਗਿਣ ਲਓ। ਸਤਿਗੁਰੂ ਜੀ ਕਹਿਣ ਲੱਗੇ ਭਾਈ ਬਾਲਿਆ ਗਿਣੀ ਭਲਾ, 7.5 ਸਾਹ ਹੀ ਆਏ। ਅਤੇ ਸਾਧ ਸੰਗਤ ਜੀ ਉਹ ਉਸੇ ਵਕਤ ਭਾਈ ਸਾਹਿਬ ਦਾ ਸਰੀਰ ਜੋ ਸੀਗਾ ਉਹ ਸ਼ਾਂਤ ਹੋ ਗਿਆ। ਸੋ ਨਾਭੀ ਦੇ ਵਿੱਚ ਜਿੱਥੇ ਸਵਾਸਾਂ ਦੀ ਗੰਢ ਹੈ ਉੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿਨ੍ਹਾਂ ਗੁਰਮੁਖਾਂ ਦੀ ਉੱਚੀ ਅਵਸਥਾ, ਜਿਨ੍ਹਾਂ ਦੇ ਸਿਰ ਉੱਪਰ ਗੁਰੂ ਸਾਹਿਬ ਦਾ ਹੱਥ ਹੈ, ਨਾਭੀ ਦੇ ਵਿੱਚ ਜਾਪ ਜਦ ਚਲਾ ਜਾਏ, ਇਹ ਜਾਪ ਪਰਾ ਬਾਣੀ ਦੁਆਰਾ ਹੈ। ਅਤੇ ਪਸੰਤੀ ਬਾਣੀ ਹਿਰਦੇ ਵਿੱਚ ਹੈ, ਮੱਧਮਾ ਗਲੇ ਦੇ ਵਿੱਚ ਹੈ, ਅਤੇ ਬੈਖਰੀ ਜ਼ੁਬਾਨ ਦੇ ਉੱਪਰ ਹੈ। ਉਹ ਪਰਾ ਬਾਣੀ ਦੇ ਵਿੱਚ ਆਉਣ ਜਾਂਦਾ, ਪਹੁੰਚ ਜਾਂਦਾ। ਉਸ ਤੋਂ ਬਾਅਦ ਵਾਹਿਗੁਰੂ ਸਾਹਿਬ ਦੀ ਕਿਰਪਾ ਹੋਵੇ ਤਾਂ ਜਿਵੇਂ ਜੋਗੀ ਜਨ ਰੀੜ੍ਹ ਦੀ ਹੱਡੀ ਦੁਆਰਾ ਸਵਾਸ ਉਤਾਂਹ ਨੂੰ ਚੜ੍ਹਾ ਕੇ, ਜਿਹੜੀ ਰੀੜ੍ਹ ਦੀ ਹੱਡੀ ਉਹਦੇ ਦੁਆਲੇ ਦੁਆਲੇ ਇੱਕ ਨਾੜੀ ਨੇ ਲਪੇਟਾ ਮਾਰਿਆ ਹੋਇਆ, ਜਿਸ ਨੂੰ ਭੁਇੰਗਮਾ ਨਾੜੀ ਕਹਿੰਦੇ ਨੇ। ਭੁਇੰਗਮਾ ਨਾੜੀ ਉਹਦਾ ਤਾਂ ਨਾਮ ਹੈ ਕਿ ਜਿਸ ਤਰ੍ਹਾਂ ਸੱਪ ਚੰਦਨ ਦੇ ਬ੍ਰਿਕਸ਼ ਨੂੰ ਵਲੇਟਾ ਮਾਰ ਕੇ ਰੱਖਦਾ, ਇੰਝ ਸੱਪ ਦੀ ਤਰ੍ਹਾਂ ਉਹ ਨਾੜੀ ਨੇ ਦੁਆਲੇ ਦੁਆਲੇ ਰੀੜ੍ਹ ਦੀ ਹੱਡੀ ਨੂੰ ਵਲੇਟਿਆ ਹੋਇਆ। ਜਿਵੇਂ ਵੇਲ ਦਰਖਤ ਨਾਲ ਚੰਬੜੀ ਹੁੰਦੀ ਹੈ, ਇਉਂ ਉਹ ਜਿਹੜੀ ਨਾੜੀ ਹੈ ਉਹਦਾ ਇੱਕ ਸਿਰਾ ਹੇਠਾਂ ਹੈ, ਦੂਜਾ ਸਿਰਾ ਉੱਪਰ 10ਵੇਂ ਦੁਆਰ ਦੇ ਵਿੱਚ ਜਾਂਦਾ ਹੈ, ਜਿਹਦਾ ਦਰਵਾਜ਼ਾ ਤ੍ਰਿਕੁਟੀ ਫੋਰ ਭਰਮਪੋ ਲਾਗਾ ਲਜਭਾਨੀ ਮਟਕੀ ਮਾਠ ਤ੍ਰਿਕੁਟੀ ਮੰਨਿਆ ਹੈ। ਏੜਾ ਪਿੰਗਲਾ ਔਰ ਸੁਖਮਣਾ ਤੀਨ ਬਸੇ ਕਠਾਈ, ਬੇਣੀ ਸੰਗਮ ਤੈ ਪਰਾਗ ਮਨ ਮੱਜਨ ਕਰੇ ਤਥਾਈ, ਸੰਤੋ ਤਾਹ ਨਿਰੰਜਨ ਰਾਮ ਹੈ, ਗੁਰਗਮ ਚੀਨੇ ਬਿਰਲਾ ਕੋਈ ਰਹਾਓ। ਉਹ ਭੁਇੰਗਮਾ ਨਾੜੀ ਨੂੰ ਸਾਫ਼ ਕਰਦਿਆਂ ਕਰਦਿਆਂ ਕਈਆਂ ਜੋਗੀਆਂ ਦੇ 10 ਸਾਲ ਲੱਗ ਜਾਂਦੇ ਨੇ। 10 ਸਾਲ ਕਈਆਂ ਦਾ ਜਨਮ ਲੱਗ ਜਾਂਦਾ, ਕਈਆਂ ਦੇ ਕਈ ਜਨਮ ਲੱਗ ਜਾਂਦੇ। ਉਹਨੂੰ ਹੀਟ ਦੇ ਕੇ, ਗਰਮੀ ਦੇ ਕੇ ਅਤੇ ਹੌਲੀ ਹੌਲੀ ਸਾਫ਼ ਕਰਕੇ ਫਿਰ 10-20 ਸਾਲ ਉੱਥੇ 10ਵੇਂ ਦੁਆਰ ਨੂੰ ਸਾਫ਼ ਕਰਦੇ ਰਹਿੰਦੇ। ਕਾਫੀ ਲੰਮਾ ਚੱਕਰ ਹੈ। 6 ਚੱਕਰਾਂ ਨੂੰ ਵਿੰਨ ਕੇ ਅਤੇ ਫਿਰ 10ਵੇਂ ਦੁਆਰ ਦੇ ਵਿੱਚ ਸਵਾਸ ਚੜ੍ਹਾਉਂਦੇ। ਕਾਫੀ ਲੰਬਾ ਸਮਾਂ ਉਹਦੇ ਵਿੱਚ ਕਈਆਂ ਦਾ ਪੂਰਾ ਜਨਮ, ਕਈਆਂ ਦੇ 10 ਸਾਲ ਕਮਾਈ ਦੇ ਮੁਤਾਬਕ, ਕਈਆਂ ਦੇ 20 ਸਾਲ, ਕਈਆਂ ਦੇ ਕਈ ਜਨਮ, ਕਈ ਉੱਥੋਂ ਉੱਡ ਕੇ ਹੀ ਚੜ੍ਹਾਈ ਕਰ ਜਾਂਦੇ। ਜਿਹੜਾ ਅੰਦਰ ਰਹਿ ਗਿਆ ਸੋ ਜੋਗੀ ਹੈ, ਜਿਹੜਾ 10ਵੇਂ ਦੁਆਰ ਤੋਂ ਬਾਹਰ ਨਿਕਲ ਗਿਆ ਸੋ ਸਾਧ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪੰਥ ਜੋਗੀਆਂ ਵਾਲਾ ਜਾਂ ਫਕਰਾਂ ਫਕੀਰਾਂ ਵਾਲਾ ਨਹੀਂ, ਸਾਧੂ ਸੰਤਾਂ ਵਾਲਾ ਹੈ, ਮੁਰੀਦਾਂ ਵਾਲਾ ਹੈ। ਸੋ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਫਕਰਾਂ ਦੇ ਜੋਗੀਆਂ ਵਾਲਾ ਪੰਥ ਨਹੀਂ ਹੈ। ਇਸ ਲਈ ਗੁਰਮੁਖ ਸਾਧ ਅਸਾਧ ਸਾਧ ਵਿਖਾਣੀ ਹੈ। ਗੁਰਮੁਖਾਂ ਨੇ ਆਪਦੇ ਮਨ ਨੂੰ ਸਾਧ ਕੇ ਸਾਧ ਖਵਾਉਣਾ ਕੀਤਾ। ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੈ ਜਗ ਵਿੱਚ ਕੋਆ। ਸੋ ਕਈ 10ਵੇਂ ਦੁਆਰ ਨੂੰ ਬੜੀ ਅਹਿਮੀਅਤ ਦਿੰਦੇ ਨੇ, ਪਰ ਗੁਰੂ ਘਰ ਦੇ ਵਿੱਚ ਜਿਸ ਤਰ੍ਹਾਂ 9 ਦਰਵਾਜ਼ੇ ਨੂੰ ਉਸ ਤਰ੍ਹਾਂ ਹੀ 10ਵਾਂ ਦੁਆਰ।
ਅਤੇ ਜੇ ਉਹਦੇ 'ਚ ਹੀ ਬੈਠਾ ਰਿਹਾ, ਰਾਗ ਰੰਗ ਮਾਣਦਾ ਸੁਣਦਾ ਰਿਹਾ, ਫਿਰ ਕੋਈ ਉੱਤਮ ਲਾਭ ਨਹੀਂ ਹੈ। ਗੁਰਮੁਖ ਉਹ ਹੈ ਜਿਹੜਾ 10ਵੇਂ ਦੁਆਰ ਤੋਂ ਵੀ ਬਾਹਰ ਨਿਕਲ ਕੇ ਤੁਰਿਆ ਪਾਦੇ ਵਿੱਚ ਜਾ ਕੇ ਅਭੇਦ ਹੋ ਜਾਏ। ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹਨੂੰ ਤਾਂ ਇਸ ਰਸਤੇ ਲਿਜਾਣਾ ਉਹ ਮਹਾਰਾਜ ਦੀ ਆਪ ਦੀ ਮਰਜ਼ੀ ਹੈ, ਅਤੇ ਜਿਹਨੂੰ ਸਿੱਧਾ ਡਾਇਰੈਕਟ ਹੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਾਰਨ ਤੋਂ ਸਾਰੇ ਅਵਸਥਾਵਾਂ ਆਪਣੇ ਆਪ ਹੀ ਕਵਰ ਹੋ ਜਾਂਦੀਆਂ ਅਤੇ ਸਿੱਧਾ ਮਹਾਰਾਜ ਸੁਰਤੀ ਬਿਰਤੀ ਨੂੰ ਆਪਦੇ ਚਰਨਾਂ ਵਿੱਚ ਜੋੜ ਦਿੰਦਾ। ਧੁਨ ਮੈਂ ਧਿਆਨ ਵਾਵੇ ਕੰਨਾ ਹਾਹੀ ਸਿਆਰੀ ਗੱਗੀ ਅੰਕੁੜਾਰੇ ਦੁਲੈਂਕੜ, ਜਿਸ ਤਰ੍ਹਾਂ ਚੈਨ ਚੱਲਦੀ ਹੈ। ਅਤੇ ਪੁਰਾਣਾ ਸਮਾਂ ਹੁੰਦਾ ਸੀਗਾ, ਉਹ ਜਿਹੜੀਆਂ ਚੱਕੀਆਂ ਸਨ ਉਹਨਾਂ ਦੇ ਨਾਲ ਉਹ ਪਟੇ ਰੱਖੇ ਹੁੰਦੇ ਸੀਗੇ। ਇੰਜਣ ਇੱਕ ਹੀ ਹੋਣਾ, ਅਤੇ ਜੇ ਚੱਕੀ ਚਲਾਉਣੀ ਹੈ ਚੱਕੀ ਵਾਲਾ ਪਟਾ ਚਾੜ੍ਹ ਦੇਣਾ, ਜੇ ਪੱਠੇ ਕੁਤਰਨੇ ਨੇ ਉਹਦਾ ਪਟਾ ਚਾੜ੍ਹ ਦੇਣਾ, ਜੇ ਦਲੀਆ ਦਿਓ ਦਲੀਆ ਵਾਲਾ ਪਟਾ, ਜੇ ਉਹ ਹਲਦੀ ਪੀਸਣੀ ਆਉਂਦਾ, ਜੇ ਤੇਲ ਕੱਢਣਾ, ਇੱਕੋ ਹੀ ਇੰਜਣ ਦੇ ਨਾਲ। ਅਤੇ ਪਰ ਇੰਜਣ ਪਾਵਰਫੁਲ ਹੋਣਾ ਚਾਹੀਦਾ। ਜਿੰਨੀ ਇੰਜਣ ਦੀ ਪਾਵਰ ਹੈ ਉਨੇ ਉਹ ਫਿਰਕੀਆਂ ਘੁਮਾਊਗਾ, ਪਟੇ ਚੁੱਕੂਗਾ। ਤੋ ਜੇ ਹੈ ਹੀ ਉਹਦੀ ਆਪ ਦੀ ਸਰਵਿਸ ਹੀ ਨਹੀਂ ਹੋਈ, ਤੋ ਤੇਲ ਪਾਣੀ ਵੀ ਨਹੀਂ ਪੂਰਾ ਹੋਇਆ, ਅਤੇ ਮਿੱਟੀ ਪੈ ਪੈ ਕੇ ਉਹ ਜਾਮ ਹੋਇਆ ਪਿਆ, ਉਹ ਚੱਲੂਗਾ ਕੀ ਅਤੇ ਦੂਸਰੇ ਨੂੰ ਕੀ ਕਮਾਊਗਾ। ਇਸ ਤਰੀਕੇ ਦੇ ਨਾਲ ਜਿਸ ਗੁਰਮੁਖ ਦੀ ਬਿਰਤੀ ਸੇਵਾ ਅਤੇ ਸਿਮਰਨ ਦੇ ਦੁਆਰਾ, ਜਿਵੇਂ ਗੱਡੀ 4 ਪਹੀਆਂ 'ਤੇ ਮੂਵ ਕਰਦੀ ਹੈ, ਇੱਕ ਵੀ ਪਹੀਆ ਮਿਸ ਹੋ ਜਾਏ, ਪੰਚਰ ਹੋ ਜਾਏ, ਕੁਛ ਵੀ ਹੋ ਜਾਏ, ਹਵਾ ਘੱਟ ਜਾਏ, ਉਹ ਸਾਰੀ ਅਲਾਈਨਮੈਂਟ ਵਿਗੜ ਜਾਂਦੀ ਹੈ। 4 ਪਹੀਏ ਸਹੀ ਹੋਣ ਤਾਂ ਹੀ ਉਹ ਗੱਡੀ ਮੂਵ ਕਰਕੇ ਆਪਦੀ ਮੰਜ਼ਿਲ 'ਤੇ ਪਹੁੰਚਦੀ ਹੈ ਅਤੇ ਦੂਜਿਆਂ ਨੂੰ ਪਹੁੰਚਾ ਸਕਦੀ ਹੈ। ਇਉਂ ਜਿਨ੍ਹਾਂ ਨੇ ਆਪਦੇ ਮਨ 'ਤੇ ਪੂਰਾ ਸਖਤ ਪਹਿਰਾ ਦਿੱਤਾ ਹੈ, ਜਿਹੜੇ ਤਾਂ ਢਿੱਲੇ ਮੱਠੇ ਨੇ, ਕਦੀ ਕਰ ਲਿਆ ਕਦੀ ਨਹੀਂ, ਅਤੇ ਸੌਂ ਲਿਆ ਬਹਿ ਲਿਆ, ਗੱਲਾਂ ਕਰ ਲਈਆਂ। ਸੁਖਮਨੀ ਸਾਹਿਬ ਦਾ ਪਾਠ ਕਰਨਾ ਹੀ ਪਾਠ ਜਿੱਡਾ ਬਣ ਜਾਂਦਾ। ਜਿਉਂ ਸਵੇਰ ਤੋਂ ਸ਼ੁਰੂ ਕਰਨਾ ਮੇਰੇ ਵਰਗਿਆਂ ਨੇ ਰਾਤ ਦੇ 10 ਵਜੇ ਤੱਕ ਸੁਖਮਨੀ ਸਾਹਿਬ ਦਾ ਪਾਠ ਦਾ ਕਿ ਜਪਜੀ ਸਾਹਿਬ ਹੀ ਨਹੀਂ ਪੂਰਾ ਹੁੰਦਾ, ਵਿੱਚੇ ਗੱਲਾਂ ਕਰੀ ਜਾਣੀਆਂ, ਵਿੱਚੇ ਸੌਂ ਜਾਣਾ, ਵਿੱਚੇ ਬੈਠ ਜਾਣਾ। ਉਹ ਤਾਂ ਫਿਰ ਉਸ ਤਰ੍ਹਾਂ ਦਾ ਹੀ ਫਲ ਹੈ। ਇਹ ਨਹੀਂ ਵੀ ਬਾਣੀ ਬੜੀ ਫਿਅਰਥ ਜਾਂਦੀ, ਫਲ ਜ਼ਰੂਰ ਮਿਲਦਾ, ਪਰ ਜਿਸ ਤਰ੍ਹਾਂ ਪੜ੍ਹੀਏ ਫਲ ਵੀ ਉਸੇ ਤਰ੍ਹਾਂ ਦਾ ਹੀ ਹੈ। ਜਿਹਦੀ ਸੁਰਤੀ ਬਿਰਤੀ ਪੂਰੀ ਕਾਇਮ ਹੈ, ਮਨ ਦੇ ਉੱਪਰ ਪਹਿਰਾ ਹੈ, ਮਨ ਸਿਓ ਜੂਝ ਮਰੇ ਪ੍ਰਭ ਭਾਏ, ਮਨ ਦੇ ਨਾਲ ਜੂਝਦੇ ਰਹਿੰਦੇ ਨੇ। ਜਿਸ ਤਰ੍ਹਾਂ ਤਲਵਾਰ ਚਲਾ ਕੇ ਸੂਰਮਾ ਜਿੱਤਦਾ, ਇਉਂ ਬਾਹਰੀ ਲੜਾਈ ਝਗੜੇ ਤੋਂ ਸੰਕੋਚ ਕਰਕੇ ਆਪ ਦੀ ਅੰਦਰਲੀ ਜੰਗ ਨੂੰ ਜਿੱਤਦੇ ਨੇ। ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਭਗਤੀ ਅਤੇ ਤਲਵਾਰ ਨਾਲ ਕੱਟਦੇ ਨੇ। ਮਨ 'ਤੇ ਪਹਿਰਾ ਰੱਖ ਕੇ ਮਨ ਦੌੜਦਾ, ਉਹਨੂੰ ਇਕਾਗਰ ਕਰਦੇ ਨੇ, ਫੜ ਕੇ ਰੱਖਦੇ ਨੇ। ਧੁਨ ਮੈਂ ਧਿਆਨ ਵਾਵੇ ਕਰਨਾ ਹਾਹੀ ਸਿਆਰੀ ਗੱਗੀ ਅੰਕੁਰਾਰੇ ਦੁਲੈਂਗੜ, ਵਾਹਿਗੁਰੂ ਵਾਹਿਗੁਰੂ ਕਰਦਿਆਂ ਚੇਨ ਚਲਾਉਂਦੇ, ਅਤੇ ਦਿਨ ਰਾਤ ਇੱਕ ਰਸ ਕੰਢੀ ਨਿਉ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਜਦ ਛੁੱਟੀਆਂ ਹੁੰਦੀਆਂ, 9ਵੀਂ ਦੇ ਪੇਪਰਾਂ ਤੋਂ ਬਾਅਦ 10ਵੀਂ 'ਚ ਹੋਈਦਾ, ਜਾਂ 10ਵੀਂ ਦੇ ਪੇਪਰਾਂ ਤੋਂ ਬਾਅਦ ਅਜੇ ਰਿਜ਼ਲਟ ਆਇਆ ਹੀ ਨਹੀਂ ਹੁੰਦਾ, ਬੱਚੇ ਵਿਹਲੇ ਹੁੰਦੇ, ਚਲੋ ਨਾਨਕੇ ਜਾ ਆਈਏ, ਆਹ ਲੋਕਡਾਊਨ ਲੱਗ ਗਿਆ, ਚਲੋ ਮਠਿਆਈ ਬਣਾ ਲਈਏ, ਕੋਈ ਹੋਰ ਕੰਮ। ਕਦੀ ਇਹ ਨਹੀਂ ਸੋਚਿਆ ਵੀ ਵਾਹਿਗੁਰੂ ਵਾਹਿਗੁਰੂ ਵੀ ਕਰਨਾ ਚਾਹੀਦਾ, ਵਾਹਿਗੁਰੂ ਵਾਹਿਗੁਰੂ ਕਰ ਲਈਏ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਐਤਵਾਰ ਹੈ, ਚਲੋ ਘੁੰਮ ਆਈਏ, ਹੋਰ ਨਹੀਂ ਹੋਰ ਪਾਰਕ ਦੇ ਵਿੱਚ ਹੀ ਚਲੇ ਜਾਈਏ। ਇੰਨੀ ਗਰਮੀ 'ਚ ਦੱਸੋ ਬੰਦਾ ਕੀ ਘੁੰਮੂਗਾ, ਸਿਰ ਬੌਂਦਲ ਜਾਊਗਾ। ਆਪਦੇ ਪੱਖੇ ਥੱਲੇ ਬੈਠੇ ਘਰ ਦੇ ਵਿੱਚ ਆਰਾਮ ਨਾਲ, ਨਾਲੇ ਰੱਬ ਰੱਬ ਕਰੇ, ਕਿੰਨਾ ਚੰਗਾ ਹੋਇਆ। ਕਦੀ ਸੋਚਿਆ ਹੀ ਨਹੀਂ ਵੀ ਗੁਟਕਾ ਸਾਹਿਬ ਹੈ, ਬੇਅੰਤ ਬਾਣੇ ਵਾਲਾ, ਕਾਲ ਉਸਤਤੀ ਪੜ੍ਹ ਲਈਏ ਵੀ ਚੱਲ ਐਤਵਾਰ ਹੈ, ਅੱਜ ਛੁੱਟੀ ਹੈ, ਅੱਜ ਲੋਕਡਾਊਨ ਹੈ, ਕਦੀ ਮਾਲਾ ਹੀ ਫੇਰ ਲਈਏ, ਬਿਲਕੁਲ ਨਹੀਂ, ਧਿਆਨ ਹੀ ਨਹੀਂ ਹੈ। ਤੋ ਗੁਰਮੁਖ ਉਹ ਹੈ, ਗੁਰਮੁਖ ਦੀ ਅਵਸਥਾ ਜਿਹਦਾ ਧਿਆਨ ਹੀ ਮਹਾਰਾਜ ਦੇ ਨਾਮ ਦੇ ਵਿੱਚ ਹੈ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਛੁੱਟੀਆਂ 'ਚ ਬੱਚੇ ਨਾਨਕੇ ਜਾਂਦੇ ਘੁੰਮਣ ਫਿਰਨ, ਜਾਂ ਹੋਰ ਜੇ ਜਾਪ ਰੱਖਿਆ ਜਾਏ ਕਿੰਨਾ ਚੰਗਾ ਹੋਏ, ਨਾਲੇ ਅਵਸਥਾ ਬਣ ਜਾਏ, ਨਾਲੇ ਚੜ੍ਹਦੀ ਕਲਾ ਅਤੇ ਮਾਨਸਿਕ ਤੌਰ 'ਤੇ ਸਰੀਰਕ ਤੌਰ 'ਤੇ ਪ੍ਰਫੁੱਲਤਾ,
ਮਨ ਖਿੜਿਆ ਹਰਿਆ ਬਾਗ, ਬਸੰਤ ਚੜ੍ਹਿਆ ਫੂਲੀ ਬਨ ਰਾਏ, ਇਹ ਜੀ ਜੰਦ ਫੁੱਲੇ ਹਰ ਚਿਤ ਲਾਏ। ਘੁੰਮਣ ਦੇ ਨਾਲ, ਮਨੋਰੰਜਨ ਕਰਨ ਨਾਲ ਆਪਾਂ ਇਹੀ ਮੰਨਦੇ ਨਾ ਵੀ ਸਰੀਰ ਸਵੱਛ ਪ੍ਰਫੁੱਲਤ ਹੁੰਦਾ। ਸਭ ਤੋਂ ਉੱਤਮ ਪ੍ਰਫੁੱਲਤਾ ਮਹਾਰਾਜ ਦੇ ਨਾਮ ਦੇ ਵਿੱਚ ਹੈ। ਤੋ ਗੁਰਮੁਖ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਗੁਰਮੁਖ ਉਹ ਹੈ ਜਿਹੜਾ ਧੁਨੀ 'ਚ ਧਿਆਨ ਰੱਖੇ। ਵਾਹਿਗੁਰੂ ਕਰਦੀਆਂ ਆਵਾਜ਼ ਦੇ ਵਿੱਚ, ਉਹਦੀ ਆਵਾਜ਼ ਦੇ ਵਿੱਚੋਂ ਫਿਰ ਪ੍ਰਕਾਸ਼ ਮਿਲਦਾ। ਜਿਸ ਤਰ੍ਹਾਂ ਫਲੋਰਸੈਂਟ ਟਿਊਬ ਹੈ, ਪਹਿਲਾਂ ਬਲਬ, ਪਹਿਲਾਂ ਹੁੰਦੇ ਉਹ ਦੀਵੇ ਜੇ, ਦੀਵਿਆਂ ਤੋਂ ਬਾਅਦ ਲਾਲਟੈਨ ਆਏ, ਲਾਲਟੈਨਾਂ ਤੋਂ ਬਾਅਦ ਬਲਬ ਆਏ 60 ਵਾਟ ਦੇ, 100 ਵਾਟ ਦੇ, ਅਤੇ ਫਿਰ ਟਿਊਬਾਂ ਆਈਆਂ। ਟਿਊਬਾਂ ਤੋਂ ਬਾਅਦ ਹੁਣ ਜੋ ਬਲਬ ਵੀ ਟਿਊਬਾਂ ਵਾਲੇ ਪਹੁੰਚ ਗਏ, ਉਹਨਾਂ ਦੇ ਵਿੱਚ ਗੈਸ ਜਿਹੀ ਹੁੰਦੀ ਹੈ, ਚਿੱਟੀ ਲਾਈਟ, ਜੋ ਅੱਖਾਂ ਨੂੰ ਤੰਗ ਨਹੀਂ ਕਰਦੀ, ਪਰੇਸ਼ਾਨ ਨਹੀਂ ਕਰਦੀ। ਤੋ ਇਸ ਤਰੀਕੇ ਦੇ ਨਾਲ ਇਹੋ ਜਿਹਾ ਉਜਲ ਪ੍ਰਕਾਸ਼, ਸੋ ਜਿਵੇਂ ਸੂਰਜ ਦਾ ਪ੍ਰਕਾਸ਼ ਹੈ, ਇਹ ਜਿਹੜੇ ਪ੍ਰਕਾਸ਼ ਨੇ ਇਹ ਅੱਖਾਂ ਦੇ ਵਿੱਚ ਧੁੰਦਲਾਪਣ ਪੈਦਾ ਕਰ ਦਿੰਦੇ। ਪਰ ਜਿਹੜਾ ਮਹਾਰਾਜ ਦੇ ਨਾਮ ਦਾ ਪ੍ਰਕਾਸ਼ ਹੈ, ਇਹ ਮਨ ਨੂੰ ਸੁੱਖ ਅਤੇ ਆਨੰਦ ਦੇਣ ਵਾਲਾ ਹੈ। ਪਾਤਸ਼ਾਹ ਦਾ ਬਚਨ ਹੈ, ਕਹਿੰਦੇ ਝਿਲ ਮਿਲ ਝਿਲਕੈ ਚੰਦ ਨ ਤਾਰਾ, ਸੂਰਜ ਕਿਰਨ ਨਾ ਬਿਜਲ ਗੈ ਨਾਰਾ, ਅਕਥੀ ਕਥੋ ਚੈਨ ਨਹੀਂ ਕੋਈ, ਪੂਰ ਰਿਹਾ ਮਨ ਭਾਈਂਦਾ। ਇਹ ਜਿਹੜਾ ਪ੍ਰਕਾਸ਼ ਵਾਹਿਗੁਰੂ ਦਾ ਹੈ, ਜਿਹੜੇ ਵਾਹਿਗੁਰੂ ਦੇ ਅੱਖਰ ਚਮਕਦੇ ਨੇ ਫਲੋਰਸੈਂਟ ਟਿਊਬ ਦੀ ਤਰ੍ਹਾਂ, ਮਹਾਰਾਜ ਦੀ ਬਾਣੀ ਦੇ ਅੱਖਰ ਚਮਕਦੇ ਹਨ। ਇਹ ਕੋਈ ਚੰਦਰਮਾ ਵਰਗਾ ਨਹੀਂ, ਜਾਂ ਤਾਰਿਆਂ ਵਰਗਾ ਨਹੀਂ, ਜਾਂ ਸੂਰਜ ਵਰਗਾ ਨਹੀਂ। ਕੋਟ ਸੂਰ ਨਾਨਕ ਪ੍ਰਕਾਸ਼, ਇੱਕ ਸੂਰਜ ਦਾ ਪ੍ਰਕਾਸ਼ ਨਹੀਂ ਝੱਲਿਆ ਜਾਂਦਾ। ਜਿੱਥੇ ਕਰੋੜਾਂ ਸੂਰਜ ਪ੍ਰਕਾਸ਼ ਹੋਣ, ਉਹਦੇ ਤੋਂ ਵੀ ਜ਼ਿਆਦਾ 1000 ਗੁਣਾ ਵੱਧ ਚਾਨਣ ਹੈ। ਔਰ ਫਿਰ ਅੱਖਾਂ ਨੂੰ ਧੁੰਦਲਾ ਨਹੀਂ ਕਰਦਾ, ਅੱਖਾਂ ਦੀ ਨਿਗਾਹ ਵਧਾਉਂਦਾ ਹੈ, ਅਤੇ ਮਨ ਨੂੰ ਦੁੱਖ ਨਹੀਂ ਸਗੋਂ ਸੁੱਖ ਬਖਸ਼ਿਸ਼ ਕਰਦਾ ਹੈ। ਇਉਂ ਧੁਨ ਮੈਂ ਧਿਆਨ, ਜਾਂ ਧੁਨੀ ਵਿੱਚ ਧਿਆਨ ਲੱਗ ਜਾਏ। ਕਈ ਫੋਟੋ ਰੱਖ ਕੇ ਧਿਆਨ ਜੋੜਦੇ ਨੇ, ਕਈ ਹੋਰ ਤਰੀਕੇ ਦੇ ਨਾਲ। ਪਰ ਮਹਾਰਾਜ ਕਹਿੰਦੇ ਜਿਹੜੀ ਸਾਊਂਡ ਆ ਰਹੀ ਹੈ, ਲੋਕ ਆਵਾਜ਼ ਦੇ ਪਿੱਛੇ ਕਮਲੇ ਹੋਏ ਫਿਰਦੇ ਨੇ, ਹੈੱਡਫੋਨ ਲਾ ਕੇ। ਕਈ ਸਾਰੀ ਦਿਹਾੜੀ ਮੈਚ ਹੀ ਸੁਣਦੇ ਰਹਿੰਦੇ, ਅਤੇ ਕਈ ਸੰਗੀਤ ਦੇ ਵਿੱਚ ਆਪ ਦਾ ਮਨ ਟਿਕਾਉਂਦੇ। ਕਿਉਂਕਿ ਆਵਾਜ਼ ਸੁਣਨ ਦਾ ਸਾਡਾ ਮਨ ਇੱਛੁਕ ਹੈ, ਚਾਹਵਾਨ ਹੈ। ਦਿਲ ਔਰ ਦਿਮਾਗ ਨੂੰ ਚੰਗਾ ਲੱਗਦਾ ਹੈ ਜੇ ਸੰਗੀਤਮਈ ਧੁਨੀ ਹੋਵੇ, ਅਤੇ ਕਿੰਨਾ ਚੰਗਾ ਹੋਵੇ ਜੇ ਵਾਹਿਗੁਰੂ ਦੀ ਧੁਨੀ ਹੋਈ ਕੰਨ ਸੁਣੀ ਜਾਣ, ਨਾਲੇ ਜ਼ੁਬਾਨ ਬੋਲੀ ਜਾਏ, ਨਾਲੇ ਸੁਣੀ ਜਾਓ। ਬਾਹਰਲੀ ਗੱਲ ਵੀ ਕੰਨਾਂ ਵਿੱਚ ਨਹੀਂ ਬਹਿੰਦੇ, ਆਪ ਦੇ ਧਿਆਨ ਦੇ ਵਿੱਚ ਮਸਤ ਰਹੀਦਾ। ਇਉਂ ਮਹਾਰਾਜ ਕਹਿੰਦੇ ਗੁਰਮੁਖ ਉਹ ਹੈ ਜਿਹੜਾ ਧੁਨ ਮੈਂ ਧਿਆਨ, ਕੀਰਤਨ ਹੋ ਰਿਹਾ, ਉਹ ਕੀਰਤਨ ਦੀ ਧੁਨੀ ਦੇ ਵਿੱਚ ਆਪ ਦਾ ਧਿਆਨ ਜੋੜਨਾ। ਜਿਹੜੀ ਜੋੜੀ ਵੱਜ ਰਹੀ ਹੈ, ਆਵਾਜ਼ਾਂ ਵੱਜ ਰਹੀਆਂ, ਉਹਦੇ ਵਿੱਚੋਂ ਵਾਹਿਗੁਰੂ 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 ਦੀ ਆਵਾਜ਼ ਸੁਣਨੀ, ਨਾਲੇ ਸ਼ਬਦ ਦੇ ਵਿੱਚ ਧਿਆਨ ਜੋੜਨਾ। ਤੋ ਜੋ ਕਥਾ ਹੋ ਰਹੀ ਹੈ, ਮਹਾਰਾਜ ਦੇ ਸ਼ਬਦ ਦੇ ਸਿਧਾਂਤ ਦੇ ਵਿੱਚ ਆਪ ਦੀ ਸੁਰਤੀ ਬਿਰਤੀ ਕਾਇਮ ਰੱਖਣੀ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਧਿਆਨ ਦੁਆਰਾ ਹੀ ਵਾਹਿਗੁਰੂ ਜਾਣਿਆ ਜਾਂਦਾ। ਜੇ ਨਿਰਾ ਜਾਪ ਕਰਦਾ ਰਿਹਾ ਅਤੇ ਇਸ਼ਨਾਨ ਹੀ ਕਰਦਾ ਰਿਹਾ, ਇਸ਼ਨਾਨ ਫਿਰ ਡੱਡੂ ਵਰਗਾ ਹੋ ਗਿਆ ਜੇ ਜਪਜੀ ਸਾਹਿਬ ਦਾ ਪਾਠ ਨਹੀਂ ਪੜ੍ਹਿਆ। ਜਲ ਕੈ ਮੱਜਨ ਜੇ ਗਤ ਹੋਵੈ, ਨਿਤ ਨਿਤ ਮੇਂਢ ਘੁਨਾਵੈ। ਇਸ਼ਨਾਨ ਕਰਕੇ ਸੈਂਡ ਸੁੰਡ ਲਾ ਕੇ ਤਿਆਰ ਹੋਣ ਦਾ ਕੀ ਫਾਇਦਾ ਜੇ ਜਪਜੀ ਸਾਹਿਬ ਹੀ ਨਹੀਂ ਪੜ੍ਹਿਆ। ਉਹ ਤਾਂ ਡੱਡੂ ਵੀ ਨਹਾਉਂਦੇ ਨੇ ਜੇ ਪਾਣੀ 'ਚ ਭਾਵੇਂ ਖੜਾ ਵੀ ਰਿਹਾ, ਪਰ ਪਾਠ ਕੀਤਾ ਹੀ ਨਹੀਂ। ਇਸ ਲਈ ਸਰੋਵਰਾਂ ਦੇ ਕਿਨਾਰਿਆਂ 'ਤੇ ਗੁਰਦੁਆਰੇ ਲਾਜ਼ਮੀ ਹੁੰਦੇ ਨੇ ਸਾਡੇ ਗੁਰੂਆਂ ਨੇ। ਹਿੰਦੂ ਮੱਤ ਦੇ ਵਿੱਚ ਤੁਸੀਂ ਵੇਖੋ, ਹਰਿਦੁਆਰ ਜਾਓ ਜਾਂ ਕਿਤੇ ਵੀ ਜਾਓ, ਅਤੇ ਉਹ ਇਕੱਲੇ ਜਲ ਦੇ ਸਰੋਵਰ ਹਨ। ਪਰ ਗੁਰੂ ਸਾਹਿਬ ਨੇ ਜਿੱਥੇ ਬੌਲੀ ਸਾਹਿਬ ਬਣਾਇਆ, ਉੱਥੇ ਨਾਲ ਬੌਲੀ ਸਾਹਿਬ ਗੁਰਦੁਆਰਾ ਵੀ ਬਣਾ ਤਾ। ਜਿੱਥੇ ਦੁੱਖ ਭੰਜਨੀ ਬੇਰੀ ਰਾਮਦਾਸ ਸਰੋਵਰ ਨਾਤੇ ਅੰਮ੍ਰਿਤ ਸਰੋਵਰ ਬਣਾ, ਉਹਦੇ ਵਿੱਚ ਘਰ ਹਰਿਮੰਦਰ ਸਾਹਿਬ ਵੀ ਬਣਾ ਤਾ ਕਿ ਨਹਾ ਧੋ ਕੇ ਬੰਦਾ ਗੁਟਕਾ ਸਾਹਿਬ ਫੜ ਕੇ ਪਾਠ ਪੜ੍ਹੇ। ਤਰਨ ਤਾਰਨ ਸਰੋਵਰ ਬਣਾਇਆ, ਉਹਦੇ ਕਿਨਾਰੇ 'ਤੇ ਦਰਬਾਰ ਸਾਹਿਬ ਬਣਾ ਤਾ।
ਤੋ ਇਸ ਲਈ ਇਸ਼ਨਾਨ ਦਾ ਵੀ ਤਾਂ ਲਾਭ ਹੈ ਜੇ ਪਾਠ ਕੀਤਾ ਜਾਏ, ਅਤੇ ਜਾਪ ਦਾ ਵੀ ਤਾਂ ਲਾਭ ਹੈ ਜੇ ਧਿਆਨ ਲੱਗੇ। ਅਤੇ ਜੇ ਨਿਰਾ ਇਸ਼ਨਾਨ ਕਰਦਾ ਰਿਹਾ ਫਿਰ ਤਾਂ ਡੱਡੂ ਵਰਗਾ ਹੋ ਗਿਆ, ਜੇ ਨਿਰਾ ਜਾਪ ਕਰਦਾ ਰਿਹਾ ਫਿਰ ਤਾਂ ਕੋਇਲ ਨਾਲੋਂ ਵੱਧ ਕੇ ਕੁਛ ਨਹੀਂ ਹੋਇਆ, ਜੇ ਧਿਆਨ ਨਹੀਂ ਜੁੜਿਆ। ਸੋ ਧਿਆਨ ਦੀ ਬਹੁਲਤਾ ਹੈ, ਪ੍ਰੇਮ ਸ਼ਰਧਾ ਮਨ 'ਚ ਉਤਸ਼ਾਹ, ਧਿਆਨ ਵਾਹਿਗੁਰੂ ਦੇ ਚਰਨਾਂ 'ਚ ਕਿ ਉਸ ਦੀ ਪ੍ਰਾਪਤੀ ਲਈ ਘਰੋਂ ਨਿਕਲੇ ਆ, ਉਹਦੀ ਪ੍ਰਾਪਤੀ ਕਰਨੀ ਹੈ। ਧੁਨ ਮੈਂ ਧਿਆਨ ਧਿਆਨ ਮੈਂ ਜਾਣੀਆ, ਗੁਰਮੁਖ ਅਕਥ ਕਹਾਣੀ। ਇਹ ਗੁਰਮੁਖਾਂ ਦੀ ਅਕਥ ਕਥਾ ਹੈ। ਅਤੇ ਇਹ ਆਵੋ ਸੰਤ ਪਿਆਰਿਓ, ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਕੇਰੀ, ਕਿਤ ਦੁਆਰੇ ਭਾਈ ਹੈ। ਉਸ ਤੋਂ ਬਾਅਦ ਫਿਰ ਜਾਪ ਜਪਦਿਆਂ ਹੋਇਆ ਜਿਤਨੇ ਵੀ ਰੋਮ ਨੇ ਉਤਨੀਆਂ ਜ਼ਬਾਨਾਂ ਬਣ ਜਾਂਦੀਆਂ। ਤੋ ਮਹਾਰਾਜ ਕਹਿੰਦੇ ਗੁਰਮੁਖ ਰੋਮ ਰੋਮ ਹਰਿ ਧਿਆਵੈ, ਜਿੰਨੇ ਰੋਮ ਨੇ ਓਨੀਆਂ ਆਵਾਜ਼ਾਂ ਪ੍ਰਾਪਤ ਹੁੰਦੀਆਂ। ਇਹਦੇ ਆਨੰਦ ਦੇ ਵਿੱਚ ਗੁਰਮੁਖ ਹਮੇਸ਼ਾ ਮਸਤ ਰਹਿੰਦਾ ਹੈ। ਉਹ ਗੁਰਮੁਖ ਹੈ ਗੁਰਮੁਖ ਰੋਮ ਰੋਮ ਹਰਿ ਧਿਆਵੈ। ਗੁਰਮੁਖ ਉਹ ਹੈ ਜਿਹੜਾ ਰੋਮ ਰੋਮ ਕਰਕੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਉਂਦਾ ਹੈ। ਜਿਸ ਵੇਲੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਲੰਕਾ ਨੂੰ ਜਿੱਤ ਕੇ ਸੀਤਾ ਨੂੰ ਲੈ ਕੇ ਵਾਪਸ ਅਯੁੱਧਿਆ ਵਿੱਚ ਆਏ ਸਨ, ਉਸ ਸਮੇਂ ਇੱਕ ਰਾਜੇ ਨੇ ਆ ਕੇ ਰਾਮ ਚੰਦਰ ਜੀ ਦੇ ਚਰਨਾਂ ਪਰ ਨਮਸਕਾਰ ਕੀਤੇ ਅਤੇ ਰਤਨਾਂ ਦੀ ਮਾਲਾ ਭੇਟ ਕੀਤੀ। ਭਗਵਾਨ ਰਾਮ ਜੀ ਨੂੰ ਮਾਲਾ ਸੀਤਾ ਜੀ ਨੂੰ ਦਿੱਤੀ। ਸੀਤਾ ਜੀ ਨੇ ਅੱਗੇ ਹਨੂੰਮਾਨ ਨੂੰ ਪਿਆਰਾ ਸੇਵਕ ਜਾਣ ਕੇ ਉਹ ਮਾਲਾ ਹਨੂੰਮਾਨ ਜੀ ਨੂੰ ਦੇ ਦਿੱਤੀ। ਹਨੂੰਮਾਨ ਜੀ ਬੈਠ ਕੇ ਉਸ ਮਾਲਾ ਦੇ ਮਣਕਿਆਂ ਨੂੰ ਦੇਖ ਦੇਖ ਕੇ ਭੰਨੀ ਜਾਣ, ਚੂਰਾ ਚੂਰਾ ਕਰਕੇ ਪਰੇ ਸੁੱਟੀ ਜਾਣ। ਰਾਜੇ ਨੇ ਰਾਮ ਜੀ ਨੂੰ ਕਿਹਾ ਕਿ ਭਗਵਾਨ ਜੀ ਤੁਸਾਂ ਨੇ ਰਤਨਾਂ ਦੀ ਮਾਲਾ ਦੀ ਕਦਰ ਨਹੀਂ ਜਾਣੀ। ਰਾਮ ਜੀ ਨੇ ਕਿਹਾ ਕਿ ਕਦਰ ਜਾਣੀ ਹੈ ਅਤੇ ਸਭ ਤੋਂ ਪਿਆਰੀ ਆਪਦੀ ਘਰ ਵਾਲੀ ਹੁੰਦੀ, ਕਿੰਨਾ ਸਤ ਪ੍ਰਤਗੀ ਹੈ, ਅਤੇ ਮੈਂ ਆਪਦੀ ਘਰ ਵਾਲੀ ਨੂੰ ਕਿਉਂ ਦਿੰਦਾ। ਸੀਤਾ ਨੂੰ ਮੈਂ ਦਿੱਤੀ ਸੀਗੀ, ਬੀਬੀਆਂ ਦਾ ਵੈਸੇ ਵੀ ਰਤਨਾਂ ਮੋਤੀਆਂ ਨਾਲ ਪ੍ਰੇਮ ਹੁੰਦਾ, ਅਤੇ ਮੈਂ ਪਿਆਰੀ ਜਾਣ ਕੇ ਤਾਂ ਉਹਨੂੰ ਦਿੱਤੀ ਆ। ਅਤੇ ਸੀਤਾ ਜੀ ਨੇ ਹਨੂੰਮਾਨ ਨੂੰ ਆਪ ਦਾ ਪਿਆਰਾ ਸੇਵਕ ਜਾਣ ਕੇ ਉਹਨਾਂ ਨੂੰ ਦਿੱਤੀ ਹੈ। ਇਹ ਰਾਜਨ ਤੂੰ ਹਨੂੰਮਾਨ ਜੀ ਤੋਂ ਹੀ ਇਹਦਾ ਕਾਰਨ ਪੁੱਛ ਲਾ ਵੀ ਤੂੰ ਕਦਰ ਕਿਉਂ ਨਹੀਂ ਜਾਣੀ। ਰਾਜੇ ਨੇ ਹਨੂੰਮਾਨ ਜੀ ਤੋਂ ਮਾਲਾ ਦੇ ਮਣਕੇ ਭੰਨਣ ਦਾ ਕਾਰਨ ਪੁੱਛਿਆ ਤਾਂ ਹਨੂੰਮਾਨ ਜੀ ਨੇ ਕਿਹਾ, ਹੇ ਰਾਜਨ ਮੈਂ ਤਾਂ ਇਹਦੇ ਵਿੱਚ ਰਾਮ ਦਾ ਨਾਮ ਲੱਭ ਰਿਹਾ, ਜੇਕਰ ਇਸ ਵਿੱਚ ਰਾਮ ਦਾ ਨਾਮ ਲਿਖਿਆ ਹੋਵੇਗਾ ਤਾਂ ਮੇਰੇ ਕੰਮ ਦੀ ਚੀਜ਼ ਹੈ, ਜੇ ਨਹੀਂ ਲਿਖਿਆ ਤਾਂ ਮੇਰੇ ਕਿਸੇ ਕੰਮ ਦੀ ਨਹੀਂ ਹੈ। ਉਚਾਰਨ ਕਰੋ ਸਤਨਾਮ। ਇਹ ਮੇਰੇ ਲਈ ਰਾਮ ਤੋਂ ਬਿਨਾਂ ਰਤਨ ਵੀ ਕੌਡੀਆਂ ਤੋਂ ਨਿਕੰਮੇ ਨੇ। ਤਦ ਰਾਜੇ ਨੇ ਤਰਕ ਮਾਰ ਕੇ ਕਿਹਾ ਕਿ ਤੂੰ ਦੱਸ ਵੀ ਤੇਰਾ ਸਰੀਰ ਕਿਸ ਕੰਮ ਦਾ, ਤੇਰੇ ਸਰੀਰ 'ਤੇ ਕਿਹੜਾ ਰਾਮ ਦਾ ਨਾਮ ਲਿਖਿਆ ਹੋਇਆ। ਤਾਂ ਹਨੂੰਮਾਨ ਜੀ ਨੇ ਆਪਦੀ ਛਾਤੀ ਤੋਂ ਕਹਿੰਦਾ, ਵੇਖ ਗੁਰਮੁਖਾ, ਚਮੜੀ ਖਿੱਚ ਕੇ ਰੋਮ ਰੋਮ ਦੇ ਵਿੱਚ ਰਾਮ ਜੀ ਦਾ ਨਾਮ ਲਿਖਿਆ ਹੋਇਆ ਦਿਖਾ ਦਿੱਤਾ ਸੀਗਾ। ਅਤੇ ਰਾਜਾ ਹਨੂੰਮਾਨ ਦੇ ਚਰਨੀ ਪੈ ਗਿਆ। ਇਉਂ ਗੁਰਮੁਖ ਜਨਾਂ ਦੇ ਰੋਮ ਰੋਮ 'ਚ ਪਰਮੇਸ਼ਰ ਦਾ ਨਾਮ ਹਨੂੰਮਾਨ ਦੀ ਤਰ੍ਹਾਂ ਵੱਸਦਾ ਹੁੰਦਾ। ਉਹ ਇੱਕ ਬਾਂਦਰ ਸੀਗਾ, ਬਾਂਦਰ ਜਾਤ ਨੇ ਵੇਖੋ ਕਿੰਨਾ ਪਿਆਰ ਨਿਭਾਇਆ ਰੱਬ ਦੇ ਨਾਮ ਨਾਲ। ਸਾਨੂੰ ਰੱਬ ਨੇ ਬੰਦੇ ਬਣਾਇਆ ਹੈ ਅਤੇ ਆਪਾਂ ਫਿਰ ਵੀ ਪਿਆਰ ਨਹੀਂ ਕਰ ਰਹੇ। ਮਹਾਂਪੁਰਖ ਦਮਦਮੀ ਟਕਸਾਲ ਦੇ 11ਵੇਂ ਮੁਖੀ ਸੱਚਖੰਡ ਵਾਸੀ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਲੁਧਿਆਣਾ ਹੌਸਪੀਟਲ ਦੇ ਵਿੱਚ ਆਪਦੇ ਸਰੀਰ ਦਾ ਇਲਾਜ ਕਰਵਾ ਰਹੇ ਸਨ। ਹਸਪਤਾਲ ਦਾ ਸਿਵਲ ਸਰਜਨ ਡਾਕਟਰ ਦੀਵਾਨ ਸਿੰਘ, ਜੋ ਬੜਾ ਗੁਰਮੁਖ ਪਿਆਰਾ ਸੀਗਾ, ਇੱਕ ਦਿਨ ਸੰਤਾਂ ਦੇ ਦਰਸ਼ਨ ਕਰਨ ਹੀ ਆਇਆ ਅਤੇ ਨਿਮਰਤਾ ਨਾਲ ਬੇਨਤੀ ਕਰਨ ਲੱਗਾ, ਮਹਾਂਪੁਰਖੋ ਮੇਰੇ ਹੱਥਾਂ ਵਿੱਚ 2 ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਸਰੀਰ ਸ਼ਾਂਤ ਹੋਏ ਨੇ, ਪਰ ਉਹਨਾਂ ਦੇ ਸਰੀਰ ਦਾ ਅੰਤ ਮੇਰੇ ਸਾਹਮਣੇ ਹੋਇਆ। ਮੇਰੇ ਮਨ 'ਚ ਬਹੁਤ ਪਛਤਾਵਾ ਹੈ ਕਿ ਉਹਨਾਂ ਤੋਂ ਮੈਂ ਕੋਈ ਬਚਨ ਨਹੀਂ ਪੁੱਛ ਸਕਿਆ। ਬਾਬਾ ਸ਼ਾਮ ਸਿੰਘ ਜੀ, ਜਿਨ੍ਹਾਂ ਨੇ 70 ਸਾਲ ਲਗਾਤਾਰ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਬਿਨਾਂ ਪੈਸਿਆਂ ਤੋਂ ਕੀਰਤਨ ਦੀ ਹਾਜ਼ਰੀ, ਬਿਨਾਂ ਨਾਗਾ ਭਰੀ, ਕੋਈ ਨਾਗਾ ਨਹੀਂ ਪਾਇਆ, ਉਹਨਾਂ ਦੀ ਧਰਮਸ਼ਾਲਾ ਤੋਂ ਅੱਜ ਵੀ 2 ਬਾਲਟੀਆਂ ਭਰ ਕੇ ਕੜਾ ਪ੍ਰਸ਼ਾਦ ਆਉਂਦਾ ਔਰ ਉਹਨਾਂ ਦਾ ਨਾਮ ਲੈ ਕੇ ਅਰਦਾਸ ਕੀਤੀ ਜਾਂਦੀ ਅੰਮ੍ਰਿਤ ਵੇਲੇ 2:30 ਵਜੇ, ਅਤੇ ਡੋਨਿਆਂ 'ਚ ਭਰ ਭਰ ਕੇ ਪ੍ਰਸ਼ਾਦ ਸੇਵਾਦਾਰਾਂ ਨੂੰ ਦਿੱਤਾ ਜਾਂਦਾ। ਅਤੇ ਇਉਂ ਭੇਟਾ ਤੋਂ ਬਿਨਾਂ ਜਿਨ੍ਹਾਂ ਨਿਸ਼ਕਾਮ ਸੇਵਾ ਕੀਤੀ ਉਹਨਾਂ ਦਾ ਸਰੀਰ ਵੀ ਮੇਰੇ ਹੱਥਾਂ 'ਚ ਸ਼ਾਂਤ ਹੋਇਆ। ਅਤੇ ਸੱਚਖੰਡ ਵਾਸੀ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ
ਅੰਤਮ ਸਮੇਂ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮਹਾਂਪੁਰਖੋ, ਇਹਨਾਂ ਦੋਹਾਂ ਮਹਾਂਪੁਰਖਾਂ ਦੇ ਵੇਲੇ ਮੇਰੇ ਵੱਲੋਂ ਜੋ ਗਲਤੀ ਹੋਈ ਕਿ ਮੈਂ ਇਹਨਾਂ ਕੋਲੋਂ ਕੁਝ ਪੁੱਛ ਨਹੀਂ ਸਕਿਆ। ਹੁਣ ਮੈਂ ਗਲਤੀ ਨਹੀਂ ਕਰਨੀ ਚਾਹੁੰਦਾ। ਆਪ ਆਪਣੀ ਅਵਸਥਾ ਦਾ ਬਚਨ ਸੁਣਾਓ ਕਿ ਕਿਸ ਅਵਸਥਾ ਵਿੱਚ ਆਪ ਨਾਮ ਜਪਦੇ ਪਏ ਹੋ। ਪਹਿਲਾਂ ਤਾਂ ਮਹਾਂਪੁਰਖ ਚੁੱਪ ਰਹੇ, ਆਨੰਦ 'ਚ ਮਗਨ ਰਹੇ। ਜਦ ਡਾਕਟਰ ਨੇ 2-3 ਵਾਰ ਬੇਨਤੀ ਕੀਤੀ, ਕਿਹਾ ਕਿ ਬ੍ਰਹਮ ਗਿਆਨੀ ਢੋਲ ਵਰਗੇ ਹੁੰਦੇ ਨੇ। ਢੋਲ ਜਾਂ ਨਗਾਰਾ ਭਾਵੇਂ 100 ਸਾਲ ਰੱਖੀ ਰੱਖੋ, ਜਿੰਨਾ ਚਿਰ ਡੱਗਾ ਨਾ ਮਰੂ ਉਹਨਾਂ ਚਿਰ ਆਵਾਜ਼ ਨਹੀਂ ਆਉਂਦੀ। ਅਤੇ ਹੁਣ ਮਹਾਰਾਜ ਮੈਂ ਪ੍ਰਸ਼ਨ ਰੂਪੀ ਡੱਗਾ ਮਾਰਾਂਗਾ ਜਾਂ ਆਪ ਦਾ ਬਚਨ ਸੁਣਾਉਣ ਰੂਪੀ ਡੱਗਾ ਮਾਰਾਂਗਾ, ਫਿਰ ਆਪ ਜੀ ਦੱਸੋਗੇ। ਮਹਾਂਪੁਰਖਾਂ ਗਿਆ ਕਿ ਪਹਿਲਾਂ ਤੂੰ ਆਪ ਦੀ ਅਵਸਥਾ ਦੱਸ ਵੀ ਤੇਰੀ ਅਵਸਥਾ ਕੀ ਹੈ, ਤੂੰ ਕਿੱਥੇ ਹੈ। ਕਿਉਂਕਿ ਦੁਨੀਆ ਦਾ ਸੁਭਾਅ ਹੁੰਦਾ, ਕੋਈ ਫੋਨ ਕਰੇ ਮੈਨੂੰ ਤਾਂ ਚੜ੍ਹ ਗੁੱਸਾ ਜਾਂਦਾ, ਐ ਚੰਡੀ ਚੜ੍ਹ ਜਾਂਦੀ ਜਿਹੜਾ ਮੈਨੂੰ ਫੋਨ 'ਤੇ ਆਖੇ ਵੀ ਤੂੰ ਕਿੱਥੇ ਆ। ਅਗਲੇ ਨੂੰ ਕਹੀਦਾ ਵੀ ਤੂੰ CID ਲੈਣੀ ਹੈ ਮੇਰੀ, ਤੂੰ ਦੱਸ ਵੀ ਤੂੰ ਕਿੱਥੇ ਆ। ਇਹ ਬੁਰਾ ਸੁਭਾਅ ਹੈ। ਆਪਦਾ ਕੰਮ ਦੱਸੋ, ਫਤਿਹ ਬੁਲਾਓ, ਸਤਿ ਸ੍ਰੀ ਅਕਾਲ, ਫਤਿਹ, ਹਾਂਜੀ ਮੈਂ ਫਲਾਣਾ ਬੋਲ ਰਿਹਾ। ਅਗਲੇ ਨੂੰ ਪੁੱਛਾਂਗੇ ਵੀ ਤੂੰ ਕੌਣ ਬੋਲ ਰਿਹਾ, ਤੂੰ ਦੱਸ ਵੀ ਤੂੰ ਕੌਣ ਬੋਲਦਾ, ਤੂੰ ਸਾਥੋਂ ਕੀ ਲੈਣਾ। ਤੈਨੂੰ ਪਤਾ ਸਾਡਾ ਨੰਬਰ ਯਾਦ ਹੈ, ਸਾਡਾ ਨਾਂ ਆਉਂਦਾ, ਤਾਂ ਹੀ ਤੂੰ ਫੋਨ ਕੀਤਾ। ਤੂੰ ਆਪਦੇ ਬਾਰੇ ਦੱਸ ਵੀ ਤੂੰ ਕੌਣ ਬੋਲਣਾ, ਤੂੰ ਦੱਸ ਵੀ ਤੈਨੂੰ ਕੀ ਕੰਮ ਹੈ। ਤੋ ਇਸ ਤਰੀਕੇ ਦੇ ਨਾਲ ਦੂਜੇ ਦੇ ਪੈਸੇ ਵੇਖੀ ਜਾਣੇ, ਆਪ ਦੀ ਜੇਬ ਦਾ ਪਤਾ ਹੀ ਨਹੀਂ ਵੀ ਸਾਡੇ ਕੋਲ ਕਿੰਨੇ ਪਏ ਨੇ। ਘਰ ਦੀਆਂ ਚੀਜ਼ਾਂ ਨੂੰ ਭਾਵੇਂ ਜੰਗਾਲ ਲੱਗ ਜਾਏ ਪਰ ਦੂਜਿਆਂ ਵੱਲ ਖਿਆਲ ਰੱਖਣਾ, ਇਹ ਲਾਲਚ ਹੈ, ਲੋਭ ਹੈ। ਇਉਂ ਸੰਤਾਂ ਦਾ ਖਜ਼ਾਨਾ ਰੱਬ ਦਾ ਨਾਮ ਹੁੰਦਾ। ਸੋ ਆਪ ਤਾਂ ਕਦੀ ਜਪਣਾ ਨਹੀਂ ਅਤੇ ਦੂਜੇ ਦੇ ਖਜ਼ਾਨੇ ਨੂੰ ਵੇਖਣ ਦੀ ਕੋਸ਼ਿਸ਼ ਕਰਨੀ, ਇਹ ਸੁਭਾਅ ਕੋਈ ਚੰਗਾ ਨਹੀਂ ਹੁੰਦਾ। ਸੋ ਜਿਹੜੀ ਵਿਚਾਰ ਚਰਚਾ ਹੈ, ਪਿਆਰ ਦੀ ਚਰਚਾ, ਇਹ ਤਾਂ ਗੁਰਮੁਖਾਂ ਦੀ ਹੈ, ਪਰ ਜਿਹੜੀ ਤਰਕਬਾਜ਼ੀ ਵਾਲੀ ਹੈ ਇਹ ਬੁਰੀ ਹੈ। ਤੋ ਇਸ ਵਾਸਤੇ ਉਹ ਡਾਕਟਰ ਮਹਾਂਪੁਰਖ ਸੀਗਾ, ਡਾਕਟਰ ਵੀ ਸੰਤ ਸੀਗਾ। ਕਹਿਣ ਲੱਗਾ ਜੀ ਮੈਂ ਆਪ ਦਾ ਗੁੱਝਾ ਭੇਦ ਜਿਹੜਾ ਅੱਜ ਤੱਕ ਕਿਸੇ ਨੂੰ ਨਹੀਂ ਦੱਸਿਆ, ਮੈਂ ਤੁਹਾਡੇ ਕੋਲ ਬੇਨਤੀ ਕਰਦਾ ਕਿ ਜਦ ਮੈਂ ਮਹਾਂਪੁਰਖੋ ਕਾਰ ਦੇ ਵਿੱਚ ਬੈਠਦਾ ਹਾਂ ਤਾਂ ਕਾਰ ਦੇ ਟਾਇਰਾਂ ਦੇ ਵਿੱਚੋਂ ਮੈਨੂੰ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਇੰਜਨ ਦੀ ਆਵਾਜ਼ ਵਿੱਚੋਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਆਵਾਜ਼ ਸੁਣਾਈ ਦਿੰਦੀ ਹੈ। ਮਹਾਂਪੁਰਖ ਹੱਥ ਜੋੜ ਕੇ ਬੈਠ ਗਏ ਅਤੇ ਮੱਥਾ ਟੇਕਿਆ, ਆਖਿਆ ਡਾਕਟਰ ਸਾਹਿਬ ਤੁਸੀਂ ਧੰਨ ਹੋ। ਅਤੇ ਕਹਿੰਦੇ ਮਹਾਰਾਜ ਇਸ ਤਰ੍ਹਾਂ ਮਾਹੌਲ ਨਾ ਕਰੋ, ਜੋ ਮੈਂ ਬੇਨਤੀ ਕੀਤੀ ਹੈ ਆਪ ਜੀ ਆਪ ਦੇ ਬਾਰੇ ਵੀ ਦੱਸੋ। ਕਹਿੰਦੇ ਭਾਈ ਮੈਂ ਤਾਂ ਸਿੰਘਾਂ ਦਾ ਸੇਵਾਦਾਰ ਹਾਂ, ਤੂੰ ਇਉਂ ਕਰ ਜਿਹੜੇ ਕੰਮ ਲਈਆਂ ਪਹਿਲਾਂ ਉਹ ਕੰਮ ਕਰ। ਉਹ ਹੈੱਡਫੋਨ ਜਿਹਾ ਜਿਹੜਾ ਲਾਉਂਦੇ ਨੇ, ਕੰਨਾਂ ਦੀਆਂ ਟੂਟੀਆਂ, ਸਟੈਲੋਸਕੋਪ ਉਹਨੂੰ ਕਹਿੰਦੇ ਨੇ। ਕਹਿੰਦੇ ਤੂੰ ਆਪ ਦਾ ਉਹ ਲਾ ਕੇ ਵੇਖ ਮੇਰੀ ਹਾਰਟ ਬੀਟ, ਦਿਲ ਦੀ ਧੜਕਣ ਜਿਹਦੇ ਨਾਲ ਚੈੱਕ ਹੁੰਦੀ, ਅਤੇ ਉਹ ਮੇਰੇ ਸਰੀਰ ਨੂੰ ਚੈੱਕ ਕਰ ਵੀ ਮੇਰੇ ਸਰੀਰ 'ਚ ਕੋਈ ਬਿਮਾਰੀ ਤਾਂ ਨਹੀਂ, ਹਾਰਟ ਬੀਟ ਕਿਵੇਂ, ਦਿਲ ਦੀ ਧੜਕਣ ਚੱਲ ਰਹੀ ਹੈ। ਜਦੋਂ ਡਾਕਟਰ ਨੇ ਕੰਨਾਂ ਨੂੰ ਉਹ ਟੂਟੀਆਂ ਜਿਹੀਆਂ ਲਾਈਆਂ ਅਤੇ ਸਰੀਰ ਦੇ ਉੱਪਰ ਜਿੱਥੇ ਵੀ ਉਹਨੇ ਉਹ ਸਾਧ ਸੰਗਤ ਜੀ ਉਹ ਆਪ ਦਾ ਉਹ ਇੰਸਟਰੂਮੈਂਟ ਰੱਖਿਆ, ਉਹਦੀ ਬਿਰਤੀ ਮਸਤ ਹੋ ਗਈ। ਉਹਨੂੰ ਕੰਨਾਂ ਦੇ ਵਿੱਚ ਵਾਹਿਗੁਰੂ 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 ਦੀ ਧੁਨੀ ਸੁਣਾਈ ਦੇਣ ਲੱਗ ਪਈ। ਕਾਫੀ ਚਿਰ ਸੁਣਦਾ ਰਿਹਾ। ਮਹਾਂਪੁਰਖਾਂ ਨੂੰ ਮੋਢੇ ਤੋਂ ਫੜ ਕੇ ਹਿਲਾਇਆ ਅਤੇ ਹੱਥ ਫੜ ਕੇ ਆਖਿਆ ਵੀ ਕਿਤੇ ਹੋਰ ਵੀ ਲਾ ਕੇ ਵੇਖ ਲਾ। ਉਹ ਜਿੱਥੇ ਵੀ ਲਾਏ ਅਤੇ ਹਰੇਕ ਜਗ੍ਹਾ ਤੋਂ ਵਾਹਿਗੁਰੂ 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 ਦੀ ਬੇਸਮਾਤ ਆਈ ਵਾਈ ਧੁਨੀ ਉਹਨੂੰ ਸੁਣਾਈ ਦੇਵੇ। ਉਹ ਇਸ ਦੇ ਵਿੱਚ ਦੇਸ਼ ਕਾਲ ਭੁੱਲ ਗਿਆ। ਕੁਝ ਚਿਰ ਮਗਰੋਂ ਵਾਹ ਵਾਹ ਕਰ ਉੱਠਿਆ, ਕਹਿਣ ਲੱਗਾ ਮਹਾਂਪੁਰਖੋ ਲਿਆਓ ਕਾਗਜ਼। ਕਾਗਜ਼ 'ਤੇ ਸਾਈਨ ਕਰਕੇ ਆਖਤਾ ਵੀ ਤੁਹਾਨੂੰ ਛੁੱਟੀ ਹੈ, ਕਿਉਂਕਿ ਤੁਹਾਨੂੰ ਬਿਮਾਰੀ ਕੋਈ ਨਹੀਂ। ਗੁਰਮੁਖ ਰੋਮ ਰੋਮ ਹਰਿ ਧਿਆਵੈ ਵਾਲੀ ਤੁਹਾਡੀ ਅਵਸਥਾ। ਜੇ ਬਿਮਾਰੀ ਹੋਵੇ ਤਾਂ ਹੋਸਪਿਟਲ 'ਚ ਇਲਾਜ ਬੰਦਾ ਕਰਾਏ, ਤੁਹਾਨੂੰ ਤਾਂ ਔਰ ਹੀ ਕੋਈ ਨਹੀਂ, ਤੁਹਾਡਾ ਤਾਂ ਰੋਮ ਰੋਮ ਨਾਮ ਜਪ ਰਿਹਾ। ਕਹਿੰਦੇ ਫਿਰ ਆਪਾਂ ਜਾਂਦੇ ਹਾਂ। ਕਹਿੰਦੇ ਹਾਂਜੀ ਜਾਓ। ਛੁੱਟੀ ਲੈ ਕੇ ਬੋਪਾਰਾ ਆ ਗਏ। ਉਮਰ ਪੂਰੀ ਹੋ ਗਈ ਸੀਗੀ। ਉਹ ਬਿਮਾਰੀ ਦਾ ਬਹਾਨਾ ਬਣਾ ਕੇ ਅਤੇ ਜੋਤੀ ਜੋਤ ਸਮਾ ਗਏ। ਇਉਂ ਸਾਧ ਸੰਗਤ ਜੀਓ, ਸਰਬ ਰੋਗ ਕਾ ਔਖਦ ਨਾਮ, ਇਹ ਨਾਮ ਰੂਪੀ ਦਵਾਈ ਸਭ ਤੋਂ ਉੱਤਮ ਹੈ।
ਜਿਹੜੀ ਗੁਰਮੁਖ ਧਾਰਨ ਕਰਦੇ ਹਨ। ਗੁਰਮੁਖ ਰੋਮ ਰੋਮ ਹਰਿ ਧਿਆਵੈ। ਜਿਹੜੇ ਗੁਰਮੁਖ ਨੇ ਰੋਮ ਰੋਮ ਕਰਕੇ ਵਾਹਿਗੁਰੂ 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 ਨਾਮ ਨੂੰ ਧਿਆਉਂਦੇ ਨੇ। ਇੱਕ ਸੁੱਚਾ ਸਿੰਘ ਜੀ ਨਾਮ ਦੇ ਗੁਰਮੁਖ ਪਿਆਰੇ, ਚਿੱਟੇ ਅਨਪੜ੍ਹ, ਜਿਹੜੇ ਇੱਕ ਦਿਨ ਵੀ ਸਕੂਲ ਨਹੀਂ ਗਏ, ਔਰ ਜਿਨ੍ਹਾਂ ਨੂੰ ਬਾਣੀ ਦਾ ਪਾਠ ਨਹੀਂ ਆਉਂਦਾ ਅਤੇ ਕਥਾ ਨਹੀਂ ਆਉਂਦੀ, ਅਤੇ ਕਥਾ ਸੁਣਨ ਆਉਂਦੇ। ਮੈਂ ਤਾਂ ਸੋਚਿਆ ਵੀ ਆਮ ਜਿਹੇ ਹੀ ਨੇ, ਪਰ ਜਦੋਂ ਉਹਨਾਂ ਬਚਨ ਸੁਣਾਇਆ ਅਤੇ ਮੈਂ ਕਿਹਾ ਜੀ ਮੈਨੂੰ ਵਿਸ਼ਵਾਸ ਕਿਵੇਂ ਹੋਇਆ। ਕਹਿੰਦੇ ਸੁਣ ਲਾ। ਜਦ ਕੰਨ ਲਵਾਇਆ ਅਤੇ ਜਦ ਬਚਨ ਕਰਦੇ ਉਦੋਂ ਵਾਹਿਗੁਰੂ ਕਹਿੰਦੇ ਹਾਹੇ ਦੀ ਸਿਹਾਰੀ ਤੋਂ ਬਗੈਰ, ਅਤੇ ਕੰਨੀ ਆਵਾਜ਼ ਉਹਨਾਂ ਨੇ ਪਵਾਈ ਸਿਹਾਰੀ ਨਾਲ। ਉਹ ਕਦੀ ਮੈਂ ਮੂੰਹ ਵੱਲ ਵੇਖਾਂ, ਕਦੀ ਹੇਠਾਂ ਜਦ ਧਿਆਨ ਕਰਾਂ ਕੰਨ ਲਾ ਕੇ, ਅਤੇ ਵਾਹਿਗੁਰੂ ਸੁਣੇ, ਜਦ ਮੂੰਹ ਵੱਲ ਵੇਖਾਂ ਮੂੰਹ ਚੁੱਪ। ਤੋ ਇੰਝ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਗੋਡ ਗਿਫਟ ਹੈ, ਜੋ ਪੈਸੇ ਨਾਲ ਨਹੀਂ ਖਰੀਦਿਆ ਜਾਂਦਾ ਅਤੇ ਜ਼ੋਰ ਜ਼ਬਰਦਸਤੀ ਆਪਦੀ ਕੋਸ਼ਿਸ਼ ਨਾਲ ਨਹੀਂ ਮਿਲਦਾ, ਅਤੇ ਕਮਾਈ ਦੇ ਨਾਲ ਵੀ ਨਹੀਂ ਮਿਲਦਾ। ਕਮਾਈ ਤਾਂ ਗੁਰੂ ਸਾਹਿਬ ਦਾ ਉਪਦੇਸ਼ ਹੈ ਕਰਨ ਦੀ, ਪਰ ਇਹ ਗਿਫਟ ਗੋਡ ਹੈ ਵਾਹਿਗੁਰੂ ਵੱਲੋਂ। ਦਾਤੈ ਦਾਤ ਰਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੈ ਸੇਈ। ਅਤੇ ਜਦ ਬੰਦੇ ਦੇ ਮਨ 'ਚ ਮਾਣ ਆ ਜਾਵੇ ਤਾਂ ਕਈ ਵਾਰ ਦੇ ਕੇ ਮਹਾਰਾਜ ਫਿਰ ਵਾਪਸ ਵੀ ਲੈ ਲੈਂਦਾ ਹੈ। ਨਾਨਕ ਗੁਰਮੁਖ ਸਾਚ ਸਮਾਵੈ। ਮਹਾਰਾਜ ਕਹਿੰਦੇ ਇੰਝ ਜਿਹੜੇ ਗੁਰਮੁਖ ਨੇ ਉਹ ਵਾਹਿਗੁਰੂ 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 ਸੱਚ ਨਾਮ ਨੂੰ ਜਪਦੇ ਆ, ਸੱਚ ਸਰੂਪ ਦੇ ਵਿੱਚ ਹੀ ਸਮਾ ਜਾਂਦੇ, ਲੀਨ ਹੋ ਜਾਂਦੇ ਨੇ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਇਹ ਅਵਸਥਾ ਅਬ ਤੋ ਜਾਈ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਨੇ। ਭੁੱਲਾਂ ਚੁੱਕਾ ਮਾਫ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ। ਗੁਰਮੁਖ ਰੋਮ ਰੋਮ ਹਰਿ ਧਿਆਵੈ। ਨਾਨਕ ਗੁਰਮੁਖ ਸਾਚ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।